प्रोग्राम खास खबर देख रहे दर्शकों का स्वागत। मैं हाँ कमलजीत सिद्धू ते तुसीं देख रहे हो द पंजाब टॉक्स। इन्हां दिनां दे विच पंजाब लई एक नवां दर्द जागिया होया है। वो दर्द इस गल दा आ क्योंकि कंट्रैक्ट मैरिजेस जिहड़ियां हो रही ने उस दे विच धोखादेही इन्नी सामने आ रही है कि बस रह रब दा नां। इस दे उत्ते गल करांगे। और दूसरी खबर जिहड़ी है वो RSS मुखी मोहन भागवत बन्नियों जिहड़ा पिछले कई सालों का हिंदूवाद का राग लाप रहा और सारे मुल्क वासियों नूं हिंदू दस रहा है, उसनूं हुण मोड़वां जवाब SGPC ने दिता है। इस दे उत्ते गलबात होगी। पहली खबर वल आउने आ। पंजाब लई नवां दर्द जिहड़ी मैं गल छेड़ी है वो वाकई इस गल दा आ कि धोखेबाजियां दे किहड़े-किहड़े रूप जिहड़े आ वो सामने आउंदे आ। इन्हां दिनां दे विच कंट्रैक्ट मैरिज करन वालियां दे काफ़ी केस सामने आए आ पंजाब पुलिस दे कोले। तो उस दे विच हुंदा इह आ कि मुंडा ते कुड़ी जिहड़े बाहर जाना चाहुंदे आ, विदेश जाण दा लालच हुंदा आ, जिन्हां परिवारां नूं वो आपस विच कॉन्ट्रैक्ट कर लैंदे आ। फिर ये हुंदा कि जां कुड़ी वाले पैसा ला दिंदे जां मुंडे वाले पैसा ला दिंदे आ ते एक मुंडा जां कुड़ी जिहड़े आ बाहर चले जांदे आ। और अक्सर ये हुंदा कि बाहर जाके अपना फोन बंद कर लेंदे आ, संपर्क तोड़ लेंदे आ। इदां धोखा हुंदा आ। मगरों भावें पिछे मुंडा रह गया चाहे कुड़ी रह गई, वो फिर उस धोखे का जिहड़ा आ बहुत खमियाजा परिवार नूं भुगतना पैंदा। विआह नहीं हुंदा। फिर इस तरीके नाल कई विआह के भी छड्ड गए। मोगे की भी एक घटना आई सी, विआह के भी छड्ड गया। बहुत सोहना विआह कीता, रज के उन्होंने लाए, वो भी पुलिस वाला सीगा, परिवार ने पैसा लाया, पर होया ये कि कुड़ी बाहर जाके तो उन्हें मोबाइल फोन बंद कर लए। इस तरह पिछे जे खबर सी कि एक कुड़ी इत्थों जिहड़ी सी उन्हें घर वाले ने उधर सद्दी, वो पहला गया होया सीगा ते उन्हें सद लई कि चलो मैरिज तो इधर हो गई सी एक बारी, पर हजे उन्हें उहदे घर जाना सीगा ते उन्हें बाहर सद लई ते उत्थों ही एयरपोर्ट तो ही वो गायब हो गई। ये धोखा जिहड़ा आ वो हुण वध रिहा है, धोखेबाजी वध रही है। इन्हां दिनां 'च काफ़ी सारियां रिपोर्ट्स जिहड़ियां वो पुज्जियां ने पुलिस तक। ਤਾਂ ਡਾਲਰਾਂ ਦੀ ਚਮਕ ਦਮਕ ਦੇ دیਵਾਨੇ ਪੰਜਾਬ ਦੇ ਨੌਜਵਾਨ ਕਿਸੇ ਵੀ ਕੀਮਤ ਤੇ ਇਸ ਦੇ ਬਾਵਜੂਦ ਵੀ ਵਿਦੇਸ਼ ਜਾਣਾ ਚਾਹੁੰਦੇ ਨੇ। ਇਸ ਲਈ ਭਾਵੇਂ ਲੱਖਾਂ ਰੁਪਏ ਦਾ ਕਰਜ਼ ਲੈ ਕੇ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਪਣਾਉਣੇ ਪੈਣ ਤੇ ਚਾਹੇ ਕੋਈ ਵੀ ਹਰਬਾ ਹੀਲਾ ਜਿਹੜਾ ਆ ਉਹ ਵਰਤਣਾ ਪਵੇ। ਇਹਨਾਂ ਦਿਨਾਂ ਵਿੱਚ ਨਾ ਇੱਕ ਹੋਰ ਜਿਹੜਾ ਇਹ ਰੁਝਾਨ ਪੱਕਾ ਹੋ ਗਿਆ, ਉਹ ਵਾਕਿਆ ਹੀ ਬਾਕੀ ਤਾਂ ਹੋਰ ਤਰ੍ਹਾਂ ਦੀਆਂ ਧੋਖਾ ਧੜੀਆਂ ਹੁੰਦੀਆਂ ਸੀ, ਧੋਖੇਬਾਜ਼ੀਆਂ ਹੁੰਦੀਆਂ ਸੀ, ਪਰ ਹੁਣ ਜਿਹੜੀ ਕੰਟਰੈਕਟ ਮੈਰਿਜ ਵਾਲੀ ਆ ਇਹ ਹੁਣ ਨਵੀਂ ਧੋਖੇਬਾਜ਼ੀ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਗਈ ਹੈ। ਪਰ ਦੇਖੋ ਕੇਸ ਸਾਹਮਣੇ ਆਉਂਦੇ, ਲੋਕ ਇਸ ਦੇ ਬਾਵਜੂਦ ਵੀ ਸਮਝਦੇ ਨਹੀਂ ਗਏ। ਜੋ ਭਾਰਤੀ ਵਿਦਿਆਰਥੀ ਵਿਦੇਸ਼ 'ਚ ਪੜ੍ਹਾਈ ਕਰਨਾ ਚਾਹੁੰਦੇ ਆ ਉਹਨਾਂ ਲਈ ਆਈਲੈਟਸ ਦੇ ਵਿੱਚੋਂ 6.5 ਬੈਂਡ ਪ੍ਰਾਪਤ ਕਰਨਾ ਲਾਜ਼ਮੀ ਆ। ਜੋ ਲੋਕ ਇਹ ਟੈਸਟ ਪਾਸ ਨਹੀਂ ਕਰਦੇ ਉਹ ਅਜਿਹੀਆਂ ਕੁੜੀਆਂ ਦੀ ਭਾਲ ਕਰਦੇ ਆ ਜੋ ਇਹ ਟੈਸਟ ਪਾਸ ਕਰ ਚੁੱਕੀਆਂ ਹੁੰਦੀਆਂ ਨੇ ਤੇ ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲੇ ਹੀ ਕੰਟਰੈਕਟ ਮੈਰਿਜ ਕਰਵਾ ਕੇ ਲੜਕੀ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਝੱਲਦੇ ਨੇ। ਆਮ ਤੌਰ ਦੇ ਉੱਤੇ ਤਕਰੀਬਨ ਹੋਇਆ ਇਹੀ ਹੈ ਕਿ ਕੁੜੀ ਦਾ ਖਰਚਾ ਮੁੰਡੇ ਵਾਲਿਆਂ ਨੇ ਚੁੱਕਿਆ। ਕੰਟਰੈਕਟ ਮੈਰਿਜ ਇੱਕ ਅਜਿਹਾ ਸਮਝੌਤਾ ਹੁੰਦਾ ਆ ਜਿਸ ਵਿੱਚ ਜਿਹੜਾ ਲਾੜਾ ਆ ਉਹ ਵਿਆਹ ਅਤੇ ਲੜਕੀ ਨੂੰ ਭੇਜਣ ਦਾ ਜਿਹੜਾ ਖਰਚਾ ਆ ਵਿਦੇਸ਼ ਵਿੱਚ ਉਹ ਸਾਰਾ ਹੀ ਉਹਨਾਂ ਨੂੰ ਕਰਨਾ ਪੈਂਦਾ ਆ। ਇਸ ਬਦਲੇ ਸਪਾਊਸ ਵੀਜ਼ੇ ਤੇ ਲੜਕੀ ਜਾਂ ਲੜਕੇ ਨੂੰ ਵਿਦੇਸ਼ ਲਿਜਾਣ ਦਾ ਇਕਰਾਰਨਾਮਾ ਹੁੰਦਾ। ਭਾਈ ਜਦੋਂ ਤੁਸੀਂ ਵੀ ਮੈਰਿਜ ਪੈਲਸਾਂ ਦੇ ਵਿੱਚ ਬਹੁਤ ਮਹਿੰਗੇ ਤੇ ਸੋਹਣੇ ਵਿਆਹ ਤੇ ਜਿਹੜੀ ਫਿਰ ਉਸ ਤੋਂ ਪਹਿਲਾਂ ਪ੍ਰੀ ਮੈਰਿਜ ਦੀ ਵੀਡੀਓ ਬਣਦੀਆਂ, ਫਿਰ ਉਹ ਪ੍ਰੀ ਮੈਰਿਜ ਜਿਹੜੀ ਹੁੰਦੀ ਆ ਉਹ ਅੱਜ ਕੱਲ੍ਹ ਉਹਨਾਂ 'ਤੇ ਵੀ ਬਹੁਤ ਖਰਚਾ ਕਰਨਾ ਸ਼ੁਰੂ ਕਰ ਦਿੱਤਾ ਆ। ਔਰ ਫਿਰ ਜਦੋਂ ਤੁਸੀਂ ਦੇਖਦੇ ਆ ਨਾ, ਤੁਸੀਂ ਜਾਣਦੇ ਹੋ, ਤੁਹਾਨੂੰ ਤਾਂ ਇਹ ਹੁੰਦਾ ਵੀ ਸਾਡੇ ਰਿਸ਼ਤੇਦਾਰਾਂ ਦਾ ਮੁੰਡਾ ਜਾ ਰਿਹਾ ਬਾਹਰ, ਉਹਨੂੰ ਕੁੜੀ ਲੈ ਕੇ ਜਾਊਗੀ, ਉਹ ਕੁੜੀ ਵੀ ਬਾਹਰ ਜਾ ਰਹੀ ਹੈਗੀ ਆ, ਉਹਨੇ ਆਈਲੈਟਸ ਦੇ ਵਿੱਚੋਂ 6.5 ਬੈਂਡ ਪ੍ਰਾਪਤ ਕੀਤੇ ਆ, ਜੋੜੀ ਸੋਹਣੀ ਬਣ ਗਈ ਆ, ਨਹੀਂ ਬਣੀ ਤਾਂ ਬਣਾ ਦਿੱਤੀ ਜਾਂਦੀ ਆ, ਹੈ ਨਾ। ਤੇ ਫਿਰ ਇਹੀ ਚਾਅ ਹੁੰਦਾ, ਤੁਸੀਂ ਸਾਰੇ ਇੱਦਾਂ ਜਾਂਦੇ ਆ ਔਰ ਉਹ ਚਕਾਚੌਂਧ ਜਿਹੜੀ ਆ ਉਹ ਪਤਾ ਲੱਗਦੀ। ਤੇ ਜਿਹੜੇ ਉੱਥੇ ਰਿਸ਼ਤੇਦਾਰ ਆਏ ਹੁੰਦੇ ਉਹਨਾਂ ਨੂੰ ਐਂ ਹੁੰਦਾ ਸੜੇਵਾਂ, ਹਾਏ ਇਹਨਾਂ ਦੇ ਆ ਤਾਂ ਮੁੰਡਾ ਹੁਣ ਆ ਕੁੜੀ ਬਾਹਰ ਜਾਣ ਵਾਲੀ, ਇਹਦੇ ਨਾਲ ਮੰਗਿਆ ਗਿਆ। ਤੇ ਪਤਾ ਉਦੋਂ ਲੱਗਦਾ ਕਿ ਵਿਆਹ ਵੂਹ 'ਚੋਂ ਖਾ ਪੀ ਕੇ ਹਜੇ 10 ਕੁ ਦਿਨ ਹੀ ਬੀਤੇ ਹੁੰਦੇ ਆ, ਜਦੋਂ ਪਤਾ ਲੱਗਦਾ ਵੀ ਬੀਬੀ ਰਾਣੀ ਤਾਂ ਬਾਹਰ ਜਾ ਕੇ ਫੁਰ ਹੋ ਗਈ ਤੇ ਉਹਨੇ ਆਪਦੇ ਮੋਬਾਈਲ ਨੰਬਰ ਵੀ ਬੰਦ ਕਰਤੇ ਤੇ ਮੁੜ ਕੇ ਕੋਈ ਸੰਪਰਕ ਨਹੀਂ। ਤੇ ਮੁੜ ਕੇ ਥਾਣਿਆਂ ਦੇ ਚੱਕਰ, ਮੁੰਡੇ ਦੇ ਪਰਿਵਾਰ ਵਾਲੇ ਤੇ ਧੋਖੇਬਾਜ਼ੀ ਦਾ ਜਿਹੜਾ ਸ਼ਿਕਾਰ ਹੋਣਾ, ਮਾਨਸਿਕ ਪੀੜ ਜਿਹੜੀ ਆ ਉਹ ਵੱਖਰੀ ਉਹਨਾਂ ਨੂੰ ਝੱਲਣੀ ਪੈਂਦੀ ਆ। ਪੰਜਾਬ ਦੇ ਵਿੱਚ ਅਜਿਹੇ ਹਜ਼ਾਰਾਂ ਮਾਮਲੇ ਸਾਹਮਣੇ ਆਏ ਆ ਜਿਨ੍ਹਾਂ 'ਚ ਖਰਚਾ ਲੈ ਕੇ ਸਪਾਊਸ ਵੀਜ਼ਾ ਨਹੀਂ ਦਿੱਤਾ ਗਿਆ। ਪੰਜਾਬ ਪੁਲਿਸ ਇੰਨੀ ਦਿਨੀ ਅਜਿਹੀਆਂ ਸ਼ਿਕਾਇਤਾਂ ਨਾਲ ਘਿਰੀ ਹੋਈ ਆ ਤੇ 4 ਸਾਲਾਂ ਵਿੱਚ ਵਿਦੇਸ਼ ਮੰਤਰਾਲੇ ਨੂੰ ਅਜਿਹੀ ਧੋਖੇਬਾਜ਼ੀ ਦੇ 900 ਮਾਮਲਿਆਂ ਵਿੱਚ ਸ਼ਿਕਾਇਤਾਂ ਮਿਲੀਆਂ ਨੇ। ਇਹਨਾਂ ਵਿੱਚੋਂ 5000
ਕੇਸ ਇਕੱਲੇ ਪੰਜਾਬ ਦੇ ਆ। ਦੇਖੋ ਹੈਰਾਨੀ ਦੀ ਗੱਲ ਆ, ਪਿਛਲੇ 1 ਸਾਲ ਦੇ ਵਿੱਚ ਪੰਜਾਬ ਪੁਲਿਸ ਦੇ ਕੋਲੇ 2000 ਸ਼ਿਕਾਇਤਾਂ ਪੁੱਜੀਆਂ, ਇਹ 1 ਸਾਲ ਦੀਆਂ। ਹੁਣ ਜ਼ਿਆਦਾਤਰ ਮਾਮਲਿਆਂ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਵਿਦੇਸ਼ ਵਿੱਚ ਸੈਟਲ ਹੋ ਗਈਆਂ ਨੇ, ਪਰ ਉਹਨਾਂ ਦੇ ਇਕਰਾਰਨਾਮੇ ਅਨੁਸਾਰ ਲੜਕੇ ਨੂੰ ਸਪਾਊਸ ਵੀਜ਼ੇ ਉੱਤੇ ਬੁਲਾਇਆ ਹੀ ਨਹੀਂ ਉਹਨਾਂ ਨੇ। ਇਹੀ ਹੋਇਆ ਨਾ। ਔਰ ਜਿਹੜੇ ਕਈ ਸੁਣ ਰਹੇ ਆ, ਕਈਆਂ ਨਾਲ ਇੱਦਾਂ ਹੋਇਆ। ਔਰ ਕਈ ਉਹ ਕੁੜੀਆਂ ਵੀ ਸੁਣਦੀਆਂ ਪਈਆਂ ਜਿਹੜੀਆਂ ਇੱਥੇ ਮੁੰਡਿਆਂ ਨੂੰ ਧੋਖਾ ਦੇ ਕੇ ਉੱਥੇ ਬਾਹਰ ਬੈਠੀਆਂ। ਇਹ ਸ਼ਰਮ ਵਾਲੀ ਗੱਲ ਸੀਗੀ ਕਿ ਤੁਸੀਂ ਉਹਨਾਂ ਦੇ ਪਰਿਵਾਰ ਨਾਲ ਐਡਾ ਵਿਸ਼ਵਾਸਘਾਤ ਕੀਤਾ ਆ। ਕਿਤੇ ਤਾਂ ਇਸ ਦਾ ਨਿਆਂ ਜਿਹੜਾ ਆ ਉਹ ਦੇਣਾ ਪਊਗਾ, ਜਾਂ ਜ਼ਮੀਰ ਮਰ ਚੁੱਕੀ ਆ ਤੁਹਾਡੀ ਜਿਹੜੀਆਂ ਤੁਸੀਂ ਬਾਹਰ ਜਾ ਕੇ ਬੈਠ ਗਈਆਂ ਹੋ। ਖਾਸ ਤੌਰ 'ਤੇ ਉਹਨਾਂ ਕੁੜੀਆਂ ਨੂੰ ਕਹਿ ਰਿਹਾ, ਕੁੜੀਆਂ ਗੁੱਸਾ ਨਾ ਕਰਨ ਇਸ ਗੱਲ ਦਾ, ਸਪਸ਼ਟ ਆ ਜਿਹੜੀਆਂ ਕੁੜੀਆਂ ਇਹ ਹਰਕਤ ਕਰਕੇ ਗਈਆਂ ਨੇ, ਜਾਂ ਫਿਰ ਜਿਹੜੇ ਮੁੰਡਿਆਂ ਨੇ ਵੀ ਕੁੜੀ ਵਾਲਿਆਂ ਨੂੰ ਧੋਖਾ ਕੀਤਾ ਆ, ਉਹਨਾਂ ਨੂੰ ਵੀ ਸ਼ਰਮ ਚਾਹੀਦੀ ਆ ਕਿ ਉਹ ਕੀ ਕਰਕੇ ਗਏ ਆ। ਸੋ ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲੇ ਇਸ ਤਰੀਕੇ ਕੰਟਰੈਕਟ ਮੈਰਿਜ ਕਰਵਾ ਕੇ ਲੜਕੀ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਚੱਲਦੇ ਆ, ਤੇ ਫਿਰ ਉਹਨਾਂ ਨੂੰ ਜਿਹੜਾ ਆ ਧੋਖਾ ਮਿਲਦਾ ਆ। ਜਿਵੇਂ ਕਿ ਹੁਣ 2000 ਮਾਮਲੇ ਪੁਲਿਸ ਦੇ ਕੋਲੇ ਆਏ ਆ, ਤੇ ਉਸ ਇਕਰਾਰਨਾਮੇ ਦੇ ਅਨੁਸਾਰ ਹੋਇਆ ਇਹੀ ਹੈ ਕਿ ਸਪਾਊਸ ਵੀਜ਼ੇ ਦੇ ਉੱਤੇ ਉਹਨਾਂ ਨੂੰ ਬਾਹਰ ਬੁਲਾਇਆ ਹੀ ਨਹੀਂ ਗਿਆ ਗਾ। ਹੁਣ ਜਿਹੜੇ ਪਰਿਵਾਰ ਆ ਪੁਲਿਸ ਕੋਲੇ ਪਹੁੰਚ ਕਰ ਰਹੇ ਆ, ਤੇ ਪੰਜਾਬ ਪੁਲਿਸ ਜਿਹੜੀ ਆ ਇਹਨਾਂ ਦਿਨਾਂ ਵਿੱਚ ਅਜਿਹੀਆਂ ਸ਼ਿਕਾਇਤਾਂ ਦੇ ਨਾਲ ਘਿਰੀ ਹੋਈ ਹੈ। 4 ਸਾਲਾਂ 'ਚ ਅਜਿਹੇ 5900 ਕੇਸ ਜਿਹੜੇ ਧੋਖੇਬਾਜ਼ੀ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ ਵਿਦੇਸ਼ ਮੰਤਰਾਲੇ ਤੱਕ ਮੈਂ ਜ਼ਿਕਰ ਕੀਤਾ ਕਿ ਪੁੱਜੀਆਂ ਹੈ। ਇਹਨਾਂ ਵਿੱਚੋਂ ਜਿਸ ਤਰੀਕੇ ਬਹੁਤੇ ਕੇਸ ਪੰਜਾਬ ਨਾਲ ਆ। ਪੰਜਾਬ ਪੁਲਿਸ ਇਹਨਾਂ ਦਿਨਾਂ ਵਿੱਚ ਅਜਿਹੀਆਂ ਸ਼ਿਕਾਇਤਾਂ ਦੇ ਨਾਲ ਘਿਰੀ ਹੋਈ ਹੈ। 4 ਸਾਲਾਂ ਦੇ ਵਿੱਚ 5900 ਕੇਸ ਜਿਹੜੇ ਆ ਧੋਖੇਬਾਜ਼ੀ ਦੇ, ਉਹ ਉਸ ਦੀਆਂ ਸ਼ਿਕਾਇਤਾਂ ਵਿਦੇਸ਼ ਮੰਤਰਾਲੇ ਕੋਲ ਪੁੱਜੀਆਂ ਨੇ। ਤਾਂ ਤੁਹਾਨੂੰ ਹੈਰਾਨੀ ਹੋਊਗੀ ਵੀ ਇਹਦੇ ਵਿੱਚੋਂ ਯਾਨੀ 900 ਦੇ ਵਿੱਚੋਂ 900 ਤਾਂ ਬਾਕੀ ਸੂਬਿਆਂ ਦੇ, ਇਕੱਲੇ 5000 ਪੰਜਾਬ ਦੇ ਆ। ਤੇ ਪੰਜਾਬ ਦੇ ਵਿੱਚ ਇੰਨਾ ਧੋਖਾ ਹੋ ਰਿਹਾ, ਇਹਦੇ ਵਿੱਚ ਕੁੜੀ ਵਾਲੇ ਟੱਬਰ ਵੀ ਰਲੇ ਹੋਏ ਆ। ਕੁੜੀ ਵਾਲੇ ਟੱਬਰ ਜੇ ਸੁਣਦੇ ਆ ਨਾ, ਤੇ ਸ਼ਰਮ ਆਉਣੀ ਚਾਹੀਦੀ ਆ। ਤੁਸੀਂ ਤਾਂ ਪੰਜਾਬੀ ਤੇ ਪੰਜਾਬੀਅਤ ਨੂੰ ਕਲੰਕ ਲਾਈ ਜਾਂਦੇ ਹੋ। ਲਾਹਣਤ ਆ ਇਸ ਗੱਲ ਦੇ ਉੱਤੇ ਕਿ ਤੁਸੀਂ ਮੁੰਡੇ ਵਾਲਿਆਂ ਨੂੰ ਐਡਾ ਧੋਖਾ ਦਿੱਤਾ ਆ। ਤੁਸੀਂ ਸਮਾਜ ਦੇ ਵਿੱਚ ਧੋਖੇਬਾਜ਼ੀ ਦੀ ਜਿਹੜੀ ਫਿਤਰਤ ਆ, ਠੱਗੀ ਦੀ, ਜੇ ਕਹਿ ਲਈਏ ਕਿ ਤੁਸੀਂ ਠੱਗੀ ਮਾਰੀ ਆ, ਤੇ ਇਸ ਤੋਂ ਘਟੀਆ ਕਰਤੂਤ ਜਿਹੜੀ ਆ ਹੋਰ ਨਹੀਂ ਹੋ ਸਕਦੀ ਕਿ ਨਾਲੇ ਤੁਸੀਂ ਉਹਨਾਂ ਨੂੰ ਮਾਨਸਿਕ ਪੀੜ ਪਹੁੰਚਾਈ, ਨਾਲੇ ਠੱਗੀ ਮਾਰੀ, ਨਾਲੇ ਉਹਨਾਂ ਨੂੰ ਲੁੱਟਿਆ ਪੱਟਿਆ, ਘਰ ਖਰਾਬ ਕੀਤਾ, ਜ਼ਿੰਦਗੀ ਖਰਾਬ ਕੀਤੀ। ਇਸ ਤੋਂ ਮਾੜੀ ਹਰਕਤ, ਇਹੋ ਜਿਹੀ ਮਾੜੀ ਕਰਤੂਤ ਇਸ ਤੋਂ ਹੋਰ ਕਿਹੜੀ ਹੋ ਸਕਦੀ ਆ? ਔਰ ਇਸ ਤੋਂ ਵੱਡੀ ਕਿਰਤ ਘਣਤਾ ਵਾਲੀ ਗੱਲ ਕਿਹੜੀ ਹੋ ਸਕਦੀ ਹੈ ਜਿਹੜੀ ਤੁਸੀਂ ਉਹਨਾਂ ਪਰਿਵਾਰਾਂ ਨਾਲ ਕੀਤੀ ਆ ਜਿਨ੍ਹਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਕਰਕੇ ਤੁਹਾਡੀ ਕੁੜੀ ਨੂੰ ਬਾਹਰ ਭੇਜਿਆ, ਤੁਹਾਡੇ ਤੇ ਪੈਸਾ ਲਾਇਆ, ਔਰ ਤੁਸੀਂ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ, ਔਰ ਤੁਹਾਡੀ ਕੁੜੀ ਜਿਹੜੀ ਆ ਉਹ ਫਰਾਡ ਕਰਕੇ ਉੱਥੇ ਬਹਿ ਗਈ। ਔਰ ਇਹੋ ਜਿਹੇ ਬਹੁਤ ਸਾਰੇ ਕੇਸ ਜਿਹੜੇ ਆ ਉਹ ਇਕੱਲੇ ਪੰਜਾਬ ਦੇ ਵਿੱਚੋਂ ਆ ਰਹੇ ਨੇ। ਔਰ ਉਹ ਕੁੜੀਆਂ, ਧੋਖੇਬਾਜ਼ ਕੁੜੀਆਂ ਮੈਂ ਕਹੂੰਗਾ, ਉਹ ਵਿਦੇਸ਼ ਦੇ ਵਿੱਚ ਹੁਣ ਸੈਟਲ ਹੋ ਚੁੱਕੀਆਂ ਨੇ, ਪਰ ਉਹਨਾਂ ਨੇ ਇਕਰਾਰਨਾਮੇ ਅਨੁਸਾਰ ਲੜਕੇ ਨੂੰ ਸਪਾਊਸ ਵੀਜ਼ੇ ਤੇ ਨਹੀਂ ਬੁਲਾਇਆ। ਹੁਣ ਪਰਿਵਾਰ ਪੁਲਿਸ ਦੇ ਚੱਕਰ ਕੱਟਦੇ ਪਏ ਆ, ਤੇ ਕਈ ਨੌਜਵਾਨਾਂ 'ਚ ਵਿਦੇਸ਼ ਵਸਣ ਦੇ ਲਈ ਉਹਨਾਂ ਨੇ ਕੀ ਕੀਤਾ ਕਿ ਆਪਣੀ ਜੱਦੀ ਜ਼ਮੀਨ, ਘਰ ਤੇ ਗਹਿਣੇ ਜਿਹੜੇ ਆ ਉਹ ਵੇਚ ਦਿੱਤੇ ਆ, ਪਲਾਟ ਵੇਚ ਦਿੱਤੇ ਆ। ਕਈਆਂ ਨੇ ਕਰਜ਼ਾ ਲਿਆ, ਕਈਆਂ ਨੇ ਰਿਸ਼ਤੇਦਾਰਾਂ ਕੋਲੋਂ ਉਧਾਰ ਫੜਿਆ। ਭਾਰਤੀ ਵਿਦਿਆਰਥੀ ਨਾ ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨਾ ਚਾਹੁੰਦੇ ਆ। ਉਹਨਾਂ ਲਈ ਆਈਲੈਟਸ ਦੇ ਵਿੱਚੋਂ ਜਿਵੇਂ ਕਿ 6.5 ਬੈਂਡ ਦਾ ਮੈਂ ਜ਼ਿਕਰ ਪਹਿਲਾਂ ਕਰ ਚੁੱਕਿਆ ਹੈ ਕਿ ਉਹ ਪ੍ਰਾਪਤ ਕਰਨੇ ਲਾਜ਼ਮੀ ਆ। ਤਾਂ ਜਿਹੜੇ ਨੌਜਵਾਨ ਹੁਣ ਨਕਾਰ ਹੀ ਨਹੀਂ ਸਕਦੇ ਨਾ, ਅਸਲ ਵਿੱਚ ਧੋਖੇਬਾਜ਼ੀ ਦਾ ਸ਼ਿਕਾਰ ਵੀ ਉਹੀ ਹੋ ਰਹੇ ਆ। ਉਹਨਾਂ ਦੇ ਮਨ 'ਚ ਹੀ ਹੁੰਦੇ ਵੀ ਕਿਵੇਂ ਬਾਹਰ ਪਹੁੰਚਣਾ ਆ। ਫਿਰ ਉਹ ਪੂਰੇ ਜੁਗਾੜ ਵਸੀਲੇ ਲਾਉਂਦੇ ਆ, ਰਿਸ਼ਤੇ ਲੱਭਦੇ ਆ, ਅਖਬਾਰਾਂ 'ਚ ਕਢਾਉਂਦੇ ਆ। ਫਿਰ ਕੋਈ ਕੁੜੀ ਵਾਲਾ ਟੱਬਰ ਮਿਲ ਜਾਂਦਾ, ਇੱਕ ਦੂਜੇ ਦੀ ਵੇਖਾ ਵਿਖਾਈ ਹੁੰਦੀ ਆ। ਫਿਰ ਬਹਿ ਕੇ ਜਿਹੜੇ ਆ ਇਕਰਾਰ ਕੀਤੇ ਜਾਂਦੇ ਆ, ਕੰਟਰੈਕਟ ਕੀਤੇ ਜਾਂਦੇ ਆ ਵੀ ਭਾਈ ਆਪਾਂ ਐਂ ਕਰਾਂਗੇ, ਹੁਣ ਤੁਸੀਂ ਇੰਨਾ ਪੈਸਾ ਲਾ ਦਿਓ, ਵਿਆਹ 'ਤੇ ਆਪਾਂ ਖਰਚਾ ਕਰ ਲੈਂਦੇ, ਵਿਆਹ ਹੋ ਜਾਊਗਾ, ਕੁੜੀ ਬਾਹਰ ਭੇਜ ਦਿੱਤੀ ਜਾਊਗੀ। ਤੇ ਫਿਰ ਕੁੜੀ ਉੱਥੇ ਜਾ ਕੇ ਜਦੋਂ ਪੱਕੀ ਹੋਊਗੀ, ਠੀਕ ਹੈ, ਸੈਟਲ ਹੋਊਗੀ, ਫਿਰ ਬਾਅਦ ਵਿੱਚ ਮੁੰਡੇ ਨੂੰ ਜਿਹੜਾ ਬੁਲਾ ਲਿਆ ਜਾਊਗਾ, ਸਪਾਊਸ ਵੀਜ਼ਾ ਭੇਜ ਦਿੱਤਾ ਜਾਊਗਾ। ਪਰ ਹੋਇਆ ਤਾਂ ਨਹੀਂ ਨਾ ਇੱਦਾਂ, ਉਹ ਤਾਂ ਕਰਾਰ ਹੀ ਰਹਿ ਗਏ ਨਾ। ਧੋਖੇਬਾਜ਼ੀ ਦੇ ਜਿਹੜੇ ਜ਼ਿਆਦਾ ਹੋਏ ਆ, ਭਾਵੇਂ ਜੋ ਹੋਣਗੇ ਜਿਨ੍ਹਾਂ ਨੇ ਵਾਕਈ ਇਮਾਨਦਾਰੀ ਦੇ ਨਾਲ ਕੁੜੀ ਨੂੰ ਭੇਜਿਆ, ਅਤੇ ਕੁੜੀ ਵਾਲੇ ਵੀ ਅੱਗੋਂ ਇਮਾਨਦਾਰ ਤੇ ਕੁੜੀ ਵੀ ਇਮਾਨਦਾਰ, ਤੇ ਉਹਨਾਂ ਨੇ ਮੁੰਡੇ ਨੂੰ ਸੱਦ ਲਿਆ ਹੋਵੇ। ਨਹੀਂ ਤਾਂ ਤੌਬਾ ਤੌਬਾ ਤੌਬਾ, ਜੋ ਇਹ ਸਥਿਤੀ ਬਣੀ ਹੋਈ ਹੈ। ਤਾਂ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੁੜੀਆਂ ਦੀ ਜਿਹੜੀ ਧੋਖੇਬਾਜ਼ੀ ਦੇ ਜਿਹੜੇ ਕੇਸ ਆ ਉਹ ਵੱਧ ਰਹੇ ਆ। ਮੈਂ ਇੱਕ ਕਹਾਣੀ ਸੁਖਵਿੰਦਰ ਸਿੰਘ ਦੀ ਦੱਸਦਾ ਹਾਂ ਕਿ ਜਿਸ ਦਾ ਵਿਆਹ ਲੁਧਿਆਣਾ ਦੀ ਜੈਸਮੀਨ ਨਾਲ ਹੋਇਆ ਸੀ।
ਸੁਖਵਿੰਦਰ ਦੇ ਨਾਲ ਮੰਗਣੀ ਹੋਣ ਤੋਂ ਬਾਅਦ ਜੈਸਮੀਨ ਨੇ ਵਿਦੇਸ਼ ਜਾਣ ਦੀ ਇੱਛਾ ਜ਼ਾਹਿਰ ਕੀਤੀ, ਜਿਸ ਨੂੰ ਪਰਿਵਾਰ ਨੇ ਪੂਰਾ ਕਰ ਦਿੱਤਾ। ਪਰ ਵਿਆਹ ਤੋਂ ਬਾਅਦ ਮਿਲੇ ਧੋਖੇ ਤੋਂ ਪਰੇਸ਼ਾਨ ਹੋ ਕੇ ਸੁਖਵਿੰਦਰ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਬਾਜੀ ਦੇ ਇੱਕ ਮਾਮਲੇ ਵਿੱਚ ਅਗਾਊਂ ਜ਼ਮਾਨਤ ਅਰਜ਼ੀ ਮਨਜ਼ੂਰ ਕਰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਪੰਜਾਬ ਵਿੱਚ ਵਿਆਹ ਕੰਟਰੈਕਟ ਦੇ ਰੰਗ ਵਿੱਚ ਰੰਗੇ ਜਾ ਰਹੇ ਨੇ। ਇਹ ਵਿਆਹ ਪੰਜਾਬ ਨੂੰ ਬਦਨਾਮੀ ਦੇ ਰਹੇ ਨੇ। ਜਸਟਿਸ ਫਤਿਹਦੀਪ ਸਿੰਘ ਨੇ ਫੈਸਲੇ ਵਿੱਚ ਸਖਤ ਟਿੱਪਣੀ ਕਰਦੇ ਕਿਹਾ ਆ ਕਿ ਸਮਾਜ ਦੀ ਸੱਚਾਈ ਨਾਲ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਜਿੱਥੇ ਵਿਆਹ ਹੁਣ ਇੱਕ ਕੰਟਰੈਕਟ ਬਣ ਕੇ ਰਹਿ ਗਏ ਨੇ ਤੇ ਵਿਦੇਸ਼ ਵਿੱਚ ਸੈੱਟ ਹੋਣ ਦੀ ਇੱਛਾ ਲੈ ਕੇ ਵਿਆਹ ਤੋਂ ਪਹਿਲਾਂ ਹੀ ਕੰਟਰੈਕਟ ਵਿਆਹ ਕੀਤੇ ਜਾ ਰਹੇ ਨੇ। ਪੰਜਾਬ ਵਿੱਚ ਅਜਿਹੇ ਵਿਆਹ ਤੇਜ਼ੀ ਨਾਲ ਵੱਧ ਰਹੇ ਨੇ। ਇਸੇ ਤਰ੍ਹਾਂ ਮੋਗਾ ਦਾ ਇੱਕ ਸਤਪਾਲ ਸਿੰਘ ਹੈ, ਉਸਨੇ ਵੀ ਧੋਖੇਬਾਜ਼ੀ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਹਾਈ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਹੈ। ਮੰਗ ਵਿੱਚ ਕਿਹਾ ਗਿਆ ਕਿ ਉਸ ਦੀ ਧੀ ਦਾ ਵਿਆਹ 12 ਅਗਸਤ 2018 ਨੂੰ ਭੁਪਿੰਦਰ ਸਿੰਘ ਦੇ ਨਾਲ ਹੋਇਆ ਸੀ। ਕੰਟਰੈਕਟ ਹੋਇਆ ਸੀ ਕਿ ਵਿਆਹ ਤੋਂ ਬਾਅਦ ਦੋਵੇਂ ਕੈਨੇਡਾ ਵਿੱਚ ਰਹਿਣਗੇ ਤੇ ਇਹਦਾ ਸਾਰਾ ਖਰਚਾ ਭੁਪਿੰਦਰ ਸਿੰਘ ਚੁੱਕੂਗਾ। ਵਿਆਹ ਤੋਂ ਬਾਅਦ ਉਸ ਦੀ ਕੁੜੀ ਤਾਂ ਕੈਨੇਡਾ ਚਲੀ ਗਈ, ਪਰ ਭੁਪਿੰਦਰ ਸਿੰਘ ਕੈਨੇਡਾ ਨਹੀਂ ਜਾ ਸਕਿਆ। ਇਸ ਦੇ ਚੱਲਦਿਆਂ ਉਸਨੇ ਪੁਲਿਸ ਦੇ ਵਿੱਚ ਧੋਖੇਬਾਜ਼ੀ ਦੀ ਸ਼ਿਕਾਇਤ ਕਰਕੇ ਕਿਹਾ ਹੈ ਕਿ ਉਸ ਦਾ 28 ਤੋਂ 30 ਲੱਖ ਰੁਪਈਆ ਉਹਨਾਂ ਦੀ ਕੁੜੀ ਨੂੰ ਕੈਨੇਡਾ ਭੇਜਣ ਲਈ ਖਰਚ ਹੋਇਆ। ਅਜਿਹੇ ਵਿੱਚ ਉਸ ਤੋਂ ਕੰਟਰੈਕਟ ਦੇ ਨਾਮ ਉੱਤੇ ਜਿਹੜਾ ਆ ਉਹ ਧੋਖਾ ਕੀਤਾ ਗਿਆ ਆ। ਜ਼ਮਾਨਤ ਮੰਗ ਵਿੱਚ ਕਿਹਾ ਗਿਆ ਆ ਕਿ ਇਹ ਧੋਖਾ ਧੜੀ ਜਿਹੜੀ ਆ ਵਿਹਾਰਕ ਵਿਵਾਦ ਦਾ ਮਾਮਲਾ ਆ। ਭੁਪਿੰਦਰ ਸਿੰਘ ਇਮੀਗ੍ਰੇਸ਼ਨ ਕੁਆਲੀਫਾਈ ਨਹੀਂ ਕਰ ਸਕਿਆ, ਜਿਸ ਦੇ ਚੱਲਦਿਆਂ ਉਹ ਕੈਨੇਡਾ ਨਹੀਂ ਜਾ ਸਕਿਆ। ਭੁਪਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਇਹ ਧੋਖੇਬਾਜ਼ੀ ਦਾ ਮਾਮਲਾ ਆ, ਜਿੱਥੇ ਉਸਨੇ ਰਾਸ਼ੀ ਰਿਫੰਡ ਕਰਨ ਤੋਂ ਵੀ ਯਾਨੀ ਕਿ ਕੁੜੀ ਵਾਲਿਆਂ ਨੇ ਮਨਾ ਕਰ ਦਿੱਤਾ ਹੈ। ਇਹ ਹਾਲ ਆ। ਇਸੇ ਤਰ੍ਹਾਂ ਹੀ ਜਲੰਧਰ ਦੇ ਨਕੋਦਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਜਦੋਂ ਇੱਕ ਇਸ਼ਤਿਹਾਰ ਦੇਖਿਆ, ਪਰ ਦਰਾਵੜ ਤਾਂ ਹਿੰਦੂ ਨਹੀਂ ਸੀਗੇ, ਦਰਾਵੜਾਂ ਦੀ ਤਾਂ ਇੱਕ ਵੱਖਰੀ ਕੌਮ ਸੀ। ਦਰਾਵੜ ਤਾਂ ਉਹ ਲੋਕ ਸੀਗੇ ਜਿਨ੍ਹਾਂ ਨੂੰ ਇਹਨਾਂ ਆਰੀਆਂ ਨੇ ਆ ਕੇ ਉੱਧਰ ਧੱਕ ਦਿੱਤਾ। ਫਿਰ ਲੱਗਦਾ ਹੈ ਕਿ ਮੋਹਨ ਭਾਗਵਤ ਇਤਿਹਾਸ ਨਹੀਂ ਪੜ੍ਹਦਾ, ਜਦੋਂ ਹਰ ਵਾਰੀ ਉਹਦੀ ਤੋਤਾ ਰਟਣੀ ਇੱਕੋ ਹੀ ਹੁੰਦੀ ਆ। ਤੇ ਇਹਨਾਂ ਦਿਨਾਂ ਦੇ ਵਿੱਚ ਵੀ ਇੱਕ ਵਿਵਾਦਤ ਬਿਆਨ ਦਿੱਤਾ ਆ, ਜਿਸ ਦਾ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੋੜਵਾਂ ਜਵਾਬ ਦਿੱਤਾ। ਪਹਿਲਾਂ ਨਜ਼ਰ ਪਾਵਾਂਗੇ ਕਿ ਉਹ ਵਿਵਾਦਤ ਬਿਆਨ ਕਿਹੜੇ-ਕਿਹੜੇ ਹੁਣ ਤੱਕ ਦਿੱਤੇ ਆ। ਪਹਿਲਾਂ ਤਾਂ ਤਾਜ਼ੇ ਬਿਆਨ ਦੇ ਬੰਨੀ ਝਾਤੀ ਮਾਰਦੇ ਆ ਤਾਂ ਇਹ ਜਿਹੜਾ ਤਾਜ਼ਾ ਬਿਆਨ ਮੋਹਨ ਭਾਗਵਤ ਨੇ ਦਿੱਤਾ ਆ, ਉਸਨੇ 2 ਸਤੰਬਰ ਵਾਲੇ ਦਿਨ ਦਿੱਤਾ ਆ ਤੇ ਕਿਹਾ ਕਿ ਸਾਰੇ ਭਾਰਤੀ ਹਿੰਦੂ ਆ ਅਤੇ ਹਿੰਦੂ ਸਾਰੇ ਭਾਰਤੀਆਂ ਦਾ ਪ੍ਰਤੀਨਿਧਤਵ ਕਰਦੇ ਨੇ। ਤਾਂ ਦੂਸਰੇ ਪਾਸੇ ਉਹਨਾਂ ਕਿਹਾ ਹੈ ਕਿ ਲੋਕਾਂ ਦੀ ਅਣਦੇਖੀ ਦਾ ਸ਼ਿਕਾਰ ਕਰਦੇ ਹੋਏ ਕਿਹਾ ਕਿ ਸੰਘ ਨੂੰ ਇਸ ਸਭ ਬਾਰੇ ਸੋਚਣਾ ਚਾਹੀਦਾ ਆ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਅਤੇ ਸਾਰੇ ਭਾਰਤੀ ਹਿੰਦੂ ਨੇ। ਉਹਨਾਂ ਕਿਹਾ ਕਿ ਹਿੰਦੁਸਤਾਨ ਇੱਕ ਹਿੰਦੂ ਰਾਸ਼ਟਰ ਹੈ ਅਤੇ ਇਹ ਇੱਕ ਸੱਚਾਈ ਹੈ। ਵਿਚਾਰਕ ਰੂਪ ਨਾਲ ਸਾਰੇ ਭਾਰਤੀ ਹਿੰਦੂ ਨੇ ਅਤੇ ਹਿੰਦੂ ਦਾ ਮਤਲਬ ਸਾਰੇ ਭਾਰਤੀ ਹਨ। ਉਹ ਸਾਰੇ ਜੋ ਅੱਜ ਭਾਰਤ ਵਿੱਚ ਹਨ ਉਹ ਹਿੰਦੂ ਸੰਸਕ੍ਰਿਤੀ, ਹਿੰਦੂ ਪੂਰਵਜਾਂ ਅਤੇ ਹਿੰਦੂ ਜ਼ਮੀਨ ਨਾਲ ਸੰਬੰਧਿਤ ਹਨ। ਇਹਨਾਂ ਦੇ ਇਲਾਵਾ ਹੋਰ ਕੁਝ ਨਹੀਂ। ਕਿੰਨੀਆਂ ਕੌਮਾਂ ਆਈਆਂ ਇੱਥੇ, ਕਿੰਨੀਆਂ ਸੱਭਿਅਤਾਵਾਂ ਆਈਆਂ, ਕਿਸੇ ਸੱਭਿਅਤਾ ਕਿਸੇ ਕੌਮ ਨੇ ਇਸ ਤਰੀਕੇ ਦਾ ਦਾਅਵਾ ਨਹੀਂ ਠੋਕਿਆ ਗਿਆ। ਜਿਹੜੇ ਤਾਂ ਮੂਲ ਨਿਵਾਸੀ ਆ ਦਰਾਵੜ, ਕਦੇ ਉਹਨਾਂ ਨੇ ਇਹ ਦਾਅਵਾ ਨਹੀਂ ਹੁਣ ਤੱਕ ਠੋਕਿਆ ਗਿਆ। ਉਹ ਚੁੱਪ ਕਰਕੇ ਬੈਠੇ ਆ। ਉਹਨਾਂ ਦੀਆਂ ਵੱਡੀ ਗਿਣਤੀ 'ਚ ਕੌਮਾਂ ਆ ਤੇ ਉਹਨਾਂ ਨੇ ਇਹ ਦਾਅਵਾ ਨਹੀਂ ਠੋਕਿਆ। ਉਹਨਾਂ ਨੇ ਤਾਂ ਨਹੀਂ ਕਦੇ ਕਿਹਾ ਗਿਆ ਕਿ ਸਾਰਾ ਭਾਰਤ ਦਰਾਵੜ ਆ। ਠੀਕ ਹੈ ਨਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਮੁਗਲ ਵੀ ਆਏ, ਪਠਾਨ ਵੀ ਆਏ, ਮੁਸਲਮਾਨ ਵੀ ਆਏ ਔਰ ਵੱਡੀ ਗੱਲ ਹੈ ਚੀਨੀ ਵੀ ਆਏ ਇੱਥੇ, ਹੂਣ ਵੀ ਇੱਥੇ ਆਏ, ਕਿੰਨੀਆਂ ਸੱਭਿਅਤਾਵਾਂ, ਅਫਗਾਨ ਵੀ ਇੱਥੇ ਆਏ। ਫਿਰ ਇੱਥੇ ਜੱਟ ਕਲਚਰ, ਇੱਥੇ ਸਿੱਖ ਕਲਚਰ ਬਾਅਦ ਵਿੱਚ ਇੱਥੇ ਪਣਪਿਆ ਹੈ ਨਾ, ਬੁੱਧ ਧਰਮ ਇੱਥੇ ਪਣਪਿਆ। ਉਹ ਉਹਨਾਂ 'ਚ ਕੋਈ ਹਿੰਦੂ ਨਹੀਂ ਗਾ, ਉਹ ਸਾਰੇ ਹਿੰਦੂਆਂ ਤੋਂ ਵੱਖਰਿਆ। ਤਾਂ ਹੁਣ ਜਿਹੜੇ ਚੰਦ ਹਿੰਦੂਆਂ ਦੇ ਇਹ ਸੰਗਠਨ ਆ ਉੱਠ ਕੇ ਦੇ ਦਾਅਵੇ ਕਰਨੇ ਸ਼ੁਰੂ ਕਰ ਦੇਣ ਤਾਂ ਵਾਕਿਆ ਹੀ ਲੋਕਤੰਤਰ ਦੇ ਮੂੰਹ ਦੇ ਉੱਤੇ ਜਾਂ ਦੇਸ਼ ਦੇ ਸੰਵਿਧਾਨ ਦੇ ਮੂੰਹ ਦੇ ਉੱਤੇ ਚਪੇੜ ਮਾਰਨ ਵਾਲੀ ਗੱਲ ਇਹ ਕਰਦੇ ਪਏ ਆ। ਹੁਣ ਭਾਗਵਤ ਨੇ ਇਹ ਵੀ ਕਿਹਾ ਆ ਕਿ ਕੁਝ ਲੋਕ ਇਸ ਨੂੰ ਸਮਝ ਗਏ ਨੇ ਕਿ ਜਦੋਂ ਕੁਝ ਆਪਣੀਆਂ ਆਦਤਾਂ ਤੇ ਸਵਾਰਥ ਕਾਰਨ ਸਮਝਣ ਤੋਂ ਬਾਅਦ ਇਸ ਤੇ ਅਮਲ ਨਹੀਂ ਕਰ ਰਹੇ। ਇਸ ਤੋਂ ਇਲਾਵਾ ਕੁਝ ਲੋਕ ਤਾਂ ਇਸ ਨੂੰ ਅਜੇ ਤੱਕ ਸਮਝ ਨਹੀਂ ਸਕੇ ਤੇ ਜਾਂ ਭੁੱਲ ਗਏ ਨੇ। ਭਾਗਵਤ ਨੇ ਕਿਹਾ ਕਿ ਸਾਡੀ ਵਿਚਾਰਧਾਰਾ ਦੀ ਦੁਨੀਆ 'ਚ ਬਹੁਤ ਮੰਗ ਹੈ। ਉਹਨਾਂ ਨੇ ਕਿਹਾ ਕਿ ਅਸਲ 'ਚ ਇਸ ਵਿਚਾਰਧਾਰਾ ਦਾ ਕੋਈ ਬਦਲ ਨਹੀਂ ਹੈ। ਉਹਨਾਂ ਕਿਹਾ ਕਿ ਹਰ ਕੋਈ ਇਸ ਨੂੰ ਸਮਝ ਗਿਆ ਹੈ ਤੇ ਕੁਝ ਇਸ ਨੂੰ ਸਵੀਕਾਰ ਕਰਦੇ ਨੇ, ਕੁਝ ਨਹੀਂ।
ਉਹਨਾਂ ਇਹ ਵੀ ਕਿਹਾ ਕਿ ਸੁਭਾਵਕ ਹੈ ਕਿ ਇਸ ਸੰਬੰਧ ਵਿੱਚ ਗਲੋਬਲ ਜ਼ਿੰਮੇਵਾਰੀ ਦੇਸ਼ ਸਮਾਜ ਅਤੇ ਉਹਨਾਂ ਮੀਡੀਆ ਉੱਤੇ ਆਊਗੀ ਜੋ ਵਿਚਾਰਧਾਰਾ ਦਾ ਪ੍ਰਸਾਰ ਕਰਦੇ ਨੇ। ਭਾਗਵਤ ਨੇ ਖਾਸ ਤੌਰ ਦੇ ਉੱਤੇ ਲੋਕਾਂ ਨੂੰ ਇਹ ਸੁਨੇਹਾ ਉਸ ਭਰੇ ਇਕੱਠ ਦੇ ਵਿੱਚ ਦਿੱਤਾ ਆ। 2021 ਦੀ ਇੱਕ ਖਬਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਉਸ ਦੇ ਅਨੁਸਾਰ ਇੱਕ ਵਿਵਾਦਤ ਬਿਆਨ ਉਦੋਂ ਵੀ ਦਿੱਤਾ ਸੀਗਾ ਕਿ RSS ਦੇ ਇਸ ਮੁਖੀ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਬਾਰੇ ਕਿਹਾ ਸੀ ਕਿ ਉਹਨਾਂ ਦੇ ਪੁਰਖੇ ਏਕ ਆ ਤੇ ਹਰ ਭਾਰਤੀ ਹਿੰਦੂ ਆ। ਪੁਣੇ ਦੇ ਵਿੱਚ ਇੱਕ ਗਲੋਬਲ ਫਾਊਂਡੇਸ਼ਨ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਸੀ ਤੇ ਉਸ ਦੇ ਵਿੱਚ ਉਸਨੇ ਕਿਹਾ ਸੀ ਕਿ ਸਮਝਦਾਰ ਮੁਸਲਿਮ ਲੀਡਰਾਂ ਨੂੰ ਕੱਟੜਪੰਥੀਆਂ ਵਿਰੁੱਧ ਦ੍ਰਿੜਤਾ ਨਾਲ ਖੜੇ ਹੋਣਾ ਚਾਹੀਦਾ ਆ। ਉਹਨਾਂ ਕਿਹਾ ਸੀ ਕਿ ਹਿੰਦੂ ਸ਼ਬਦ ਮਾਂ ਭੂਮੀ ਪੁਰਖੇ ਤੇ ਭਾਰਤੀ ਸੰਸਕ੍ਰਿਤੀ ਦੇ ਬਰਾਬਰ ਹੈ। ਹੁਣ ਜੇ ਇੱਥੇ ਗੱਲ ਇਤਿਹਾਸ ਦੇ ਵਿੱਚੋਂ ਆਪਾਂ ਨਖੇੜਾ ਕਰੀਏ, ਗੱਲ ਵਿਵਾਦਤ ਬਣਦੀ ਹੈ ਕਿ ਜਿਹੜਾ ਹਿੰਦੂ ਸ਼ਬਦ ਆ ਇਹਨਾਂ ਨੂੰ ਦਿੱਤਾ ਕਿਹਨੇ ਹੈ। ਕਿਸੇ ਪੁਰਾਣੀਆਂ ਕਿਤਾਬਾਂ ਦੇ ਵਿੱਚ ਕਦੇ ਕਿਤੇ ਵੀ ਇਤਿਹਾਸ ਜਾਂ ਮਿਥਿਹਾਸ ਫਰੋਲ ਲਓ, ਇਹ ਤਾਂ ਸ਼ਬਦ ਹੀ ਕਿਤੇ ਨਹੀਂ ਸੀਗਾ। ਸਾਨੂੰ ਇਹ ਸ਼ਬਦ ਵੀ ਅਰਬੀ ਦੇ ਵਿੱਚ ਜੇ ਤੁਸੀਂ ਉਹਦਾ ਮਤਲਬ ਪੜ੍ਹੋ ਤਾਂ ਮੈਂ ਇੱਥੇ ਕਹਿਣਾ ਨਹੀਂ ਚਾਹੁੰਦਾਗਾ, ਤਾਂ ਸਮਝ ਜਾਓ ਕਿ ਇਹ ਸ਼ਬਦ ਕਿਹਦੇ ਲਈ ਵਰਤਿਆ ਗਿਆ ਸੀ, ਕਿਉਂ ਵਰਤ ਗਿਆ ਸੀ, ਤੇ ਫਿਰ ਇਹਦੇ ਵਿੱਚ ਮਾਣ ਵਾਲੀ ਕਿਹੜੀ ਗੱਲ ਹੋ ਗਈ ਹੈ। ਜਦੋਂ ਕਿ ਆਰੀਆ ਕਹਾਉਂਦੇ ਲੋਕ ਸੀਗੇ, ਆਰੀਆ ਪੁੱਤਰ, ਚਾਹੇ ਮਹਾਭਾਰਤ ਦੇਖ ਲਓ, ਰਮਾਇਣ ਦੇਖ ਲਓ, ਜਿਹੜਾ ਸ਼ਬਦ ਉਚਾਰਨ ਹਿੰਦੂ ਦੂਸਰੇ ਹਿੰਦੂ ਦੇ ਲਈ ਵਰਤਦਾ ਸੀ ਉਹ ਆਰੀਆ ਪੁੱਤਰ ਕਹਿ ਕੇ ਹੀ ਬੁਲਾਇਆ ਜਾਂਦਾ ਸੀਗਾ। ਆਰੀਆ ਵਰਤ ਕਿਹਾ ਜਾਂਦਾ ਸੀ, ਇਸ ਮੁਲਕ ਨੂੰ ਭਾਰਤ ਕਿਹਾ ਜਾਂਦਾ ਸੀਗਾ। ਪਰ ਜਿਹੜਾ ਹਿੰਦੂ ਸ਼ਬਦ ਆ ਉਹ ਸਾਨੂੰ ਉਹਨਾਂ ਹਮਲਾਵਰਾਂ ਨੇ ਦਿੱਤਾ ਆ ਜਿਹੜੇ ਅਰਬ ਵਾਲੇ ਪਾਸਿਓਂ ਆਏ ਸੀਗੇ, ਤੇ ਇਸ ਕਰਕੇ ਉਸ ਦਾ ਮਤਲਬ ਜੇ ਅੱਜ ਇਹ ਮੋਹਨ ਭਾਗਵਤ ਵਰਗੇ ਵੇਖ ਲੈਣ ਤਾਂ ਸ਼ਾਇਦ ਇਹ ਗੱਲ ਮੁੜ ਕੇ ਨਾ ਕਹਿਣ ਕਿ ਜਿਹੜਾ ਹਿੰਦੂ ਨਾਮ ਹੈ ਉਹ ਕੋਈ ਬਹੁਤ ਮਾਣਯੋਗ ਨਾਮ ਹੈ। ਉਹਨਾਂ ਕਿਹਾ ਕਿ ਅਸੀਂ ਮੁਸਲਮਾਨ ਹੋਣ ਬਾਰੇ ਨਹੀਂ ਬਲਕਿ ਭਾਰਤੀ ਹੋਣ ਬਾਰੇ ਸੋਚਣਾ ਆ। ਭਾਗਵਤ ਨੇ ਇਹ ਵੀ ਕਿਹਾ ਕਿ ਭਾਰਤ ਦੇ ਵਿਕਾਸ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਆ। ਉਹਨਾਂ ਕਿਹਾ ਕਿ ਇਸਲਾਮ ਹਮਲਾਵਰਾਂ ਦੇ ਨਾਲ ਆਇਆ, ਇਹ ਇਤਿਹਾਸ ਹੈ ਤੇ ਇਸ ਨੂੰ ਉਸੇ ਰੂਪ ਦੇ ਵਿੱਚ ਦੇਖਿਆ ਜਾਣਾ ਚਾਹੀਦਾ, ਯਾਨੀ ਕਿ ਕਿੱਥੇ ਜਾ ਕੇ ਇਹ ਬੰਦਾ ਚੋਟਾਂ ਕਰਦਾ ਘੱਟ ਗਿਣਤੀਆਂ ਦੇ ਉੱਤੇ। ਸਮਝਦਾਰ ਮੁਸਲਿਮ ਲੀਡਰਾਂ ਨੂੰ ਗੈਰ ਲੋੜੀਂਦੇ ਮੁੱਦਿਆਂ ਦਾ ਵਿਰੋਧ ਕਰਨਾ ਚਾਹੀਦਾ ਆ ਤੇ ਕੱਟੜਪੰਥੀਆਂ ਦੇ ਵਿਰੁੱਧ ਦ੍ਰਿੜਤਾ ਨਾਲ ਖੜਨਾ ਚਾਹੀਦਾ ਆ। ਇਹ ਤਾਂ ਇਕੱਲਾ ਇਹੀ ਆ। ਇਸ ਤੋਂ ਇਲਾਵਾ ਹੁਣ ਜਿੰਨੇ ਕੁ RSS ਦੇ ਵਿੱਚ ਉੱਠੇ ਆ, ਪਹਿਲਾਂ ਤੋਗੜੀਆ ਉੱਠਿਆ ਸੀ ਤੇ ਤੋਗੜੀਆ ਜਿਹੜਾ ਸੀਗਾ ਉਹ ਇੰਨਾ ਕੁ ਜ਼ਹਿਰ ਉਗਲਦਾ ਹੁੰਦਾ ਸੀਗਾ। ਚਲੋ ਉਹ ਤਾਂ ਵੇਲੇ ਨਾਲ ਯਾਨੀ ਦੁਨੀਆ ਤੋਂ ਹੁਣ ਰੁਖਸਤ ਹੋ ਗਿਆ ਤੇ ਉਹਦੇ ਇਹ ਵਿਵਾਦਤ ਬਿਆਨ ਬੰਦ ਹੋਏ, ਪਰ ਇਹ ਮੋਹਨ ਭਾਗਵਤ ਜਿਹੜਾ ਆ ਇਹ ਨਹੀਂ ਹਟਦਾ ਤੇ ਇਹ ਵੇਖਣ ਨੂੰ ਮਤਲਬ ਜਿਸ ਤਰੀਕੇ ਸਾਰਿਆਂ ਨੂੰ ਨਜ਼ਰ ਆਉਂਦਾ ਹੈ ਕਿ ਇੱਕ ਬਹੁਤ ਦਰਵੇਸ਼ ਜਿਹਾ ਬੰਦਾ ਆ, ਬੀਬਾ ਜਿਹਾ ਬੰਦਾ ਆ, ਬਜ਼ੁਰਗ ਬੰਦਾ, ਪਰ ਬਜ਼ੁਰਗ ਬੰਦੇ ਦੇ ਅੰਦਰ ਇਸ ਤਰੀਕੇ ਦੀ ਜਿਹੜੀ ਨਫ਼ਰਤ ਉਹ ਫੈਲੀ ਹੋਈ ਹੈ, ਜਿਹੜੀ ਘੱਟ ਗਿਣਤੀਆਂ ਦੇ ਉੱਤੇ ਸਿੱਧੀ ਕਟੋਚ ਕਰਦੀ ਆ, ਕਟਾਕਸ਼ ਕਰਦੀ ਹੈਗੀ ਆ, ਉਹਨਾਂ ਨੂੰ ਦੁੱਖ ਪਹੁੰਚਾਉਂਦੀ ਆ ਜਦੋਂ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ, ਇਹੋ ਜਿਹੇ ਵਿਵਾਦਤ ਬਿਆਨ ਦਿੰਦਾ ਆ। ਸਮਝਦਾਰ ਮੁਸਲਮਾਨ ਲੀਡਰਾਂ ਦੀ ਉਹ ਗੱਲ ਕਰ ਰਿਹਾ ਸੀ ਕਿ ਉਹਨਾਂ ਨੂੰ ਗੈਰ ਲੋੜੀਂਦੇ ਮੁੱਦਿਆਂ ਦਾ ਵਿਰੋਧ ਕਰਨਾ ਚਾਹੀਦਾ ਤੇ ਕੱਟੜਪੰਥੀਆਂ ਦੇ ਵਿਰੁੱਧ ਦ੍ਰਿੜਤਾ ਦੇ ਨਾਲ ਉਹਨੇ ਕਿਹਾ ਵੀ ਖੜਨਾ ਚਾਹੀਦਾ। ਜਿੰਨੀ ਛੇਤੀ ਅਸੀਂ ਇਹ ਕਰਾਂਗੇ ਉਸ ਨਾਲ ਸਮਾਜ ਨੂੰ ਘੱਟ ਨੁਕਸਾਨ ਪੁੱਜੇਗਾ। ਉਹਨਾਂ ਕਿਹਾ ਕਿ ਭਾਰਤ ਬਤੌਰ ਮਹਾਸ਼ਕਤੀ ਕਿਸੇ ਨੂੰ ਡਰਾਵੇਗਾ ਨਹੀਂ। ਉਹ ਰਾਸ਼ਟਰ ਪ੍ਰਥਮ ਤੇ ਰਾਸ਼ਟਰ ਸਰਵਉੱਚ ਨਾਂ ਦੇ ਸੈਮੀਨਾਰ ਦੇ ਵਿੱਚ ਕਿਹਾ। ਸੋ ਇਸ ਤਰੀਕੇ ਦਾ ਬਿਆਨ ਉੱਥੇ ਦਿੱਤਾ। ਇਸੇ ਤਰ੍ਹਾਂ ਹੀ 26 ਸਤੰਬਰ 2022 ਦੇ ਵਿੱਚ ਵੀ ਇੱਕ ਬਿਆਨ ਆਇਆ ਕਿ ਹਿੰਦੂ ਬਣਨ ਲਈ ਧਰਮ ਬਦਲਣ ਦੀ ਲੋੜ ਨਹੀਂ, ਭਾਰਤ ਵਿੱਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਨੇ। ਤਾਂ RSS ਦੇ ਇਸ ਮੁਖੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਹਿਮਾਲਿਆ ਦੇ ਦੱਖਣ, ਹਿੰਦ ਮਹਾਸਾਗਰ ਤੋਂ ਉੱਤਰ ਅਤੇ ਸਿੰਧੂ ਨਦੀ ਦੇ ਤੱਟ ਦੇ ਵਸਨੀਕਾਂ ਨੂੰ ਰਵਾਇਤੀ ਤੌਰ ਤੇ ਹਿੰਦੂ ਕਿਹਾ ਜਾਂਦਾ ਆ। ਇਸਲਾਮ ਦਾ ਪ੍ਰਚਾਰ ਕਰਨ ਵਾਲੇ ਮੁਗਲਾਂ ਅਤੇ ਈਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਬ੍ਰਿਟਿਸ਼ ਸ਼ਾਸਕਾਂ ਤੋਂ ਵੀ ਪਹਿਲਾਂ ਹਿੰਦੂ ਮੌਜੂਦ ਸਨ। ਹਿੰਦੂ ਧਰਮ ਨਹੀਂ ਸਗੋਂ ਜੀਵਨ ਜਿਉਣ ਦਾ ਤਰੀਕਾ ਆ। ਉਹਨੇ ਇਹ ਵੀ ਕਿਹਾ ਕਿ ਹਿੰਦੂ ਸ਼ਬਦ ਉਹਨਾਂ ਸਾਰਿਆਂ ਨੂੰ ਸ਼ਾਮਲ ਕਰਦਾ ਹੈ ਜੋ ਭਾਰਤ ਮਾਤਾ ਦੇ ਪੁੱਤਰ ਨੇ, ਭਾਰਤੀ ਪੂਰਵਜਾਂ ਦੇ ਵੰਸ਼ਜ ਨੇ, ਜੋ ਭਾਰਤੀ ਸੰਸਕ੍ਰਿਤੀ ਅਨੁਸਾਰ ਰਹਿੰਦੇ ਨੇ। ਇੱਥੇ ਤਾਂ ਹੁਣ ਇਹ ਵੀ ਗੱਲ ਕਲੀਅਰ ਹੋ ਗਈ ਆ ਕਿ ਸੰਨ 47 ਤੋਂ ਪਹਿਲਾਂ ਇੱਕ ਅਖੌਤੀ ਭਾਰਤ ਮਾਤਾ ਵੀ ਇਹਨਾਂ ਨੇ ਖੜੀ ਕੀਤੀ ਸੀ। ਉਹ ਭਾਰਤ ਮਾਤਾ ਜਿਹੜੀ ਸੀ ਉਹਦਾ ਚਿੱਤਰ ਇੱਕ ਕੁੜੀ ਨੇ ਬਣਾਇਆ ਸੀਗਾ, ਜਿਹਦੇ ਵਿੱਚ ਨਕਸ਼ੇ ਦੇ ਵਿੱਚ ਇੱਕ ਦੇਵੀ, ਇੱਕ ਜਨਾਨੀ ਜਿਹੜੀ ਸੀ ਉਹਦੇ ਸਿਰ ਤੇ ਮੁਕਟ ਪਾ ਦਿੱਤਾ, ਔਰ ਉਹ ਇੰਨਾ ਕੁ ਪ੍ਰਚਲਿਤ ਹੋ ਗਿਆ ਵੀ ਉਹਦੇ ਹੱਥ 'ਚ ਤਰਸੂਲ ਫੜਿਆ ਹੋਇਆ ਤੇ ਬਾਅਦ ਵਿੱਚ ਉਹਨੂੰ ਭਾਰਤ ਮਾਤਾ ਕਹਿਣਾ ਸ਼ੁਰੂ ਕਰਤਾ। ਅੱਜ ਜਿੰਨੇ ਹਿੰਦੂ ਲੀਡਰ ਆ ਉਹ ਜਿੱਥੇ ਵੀ ਖੜੋਂਦੇ ਆ ਉਹ ਭਾਰਤ ਮਾਤਾ ਕੀ ਜੈ ਬੋਲਦੇ ਆ। ਔਰ ਸਮਝ ਨਹੀਂ ਆਉਂਦੀ
ਕਿ ਚਲੋ ਮੰਨ ਲਿਆ ਧਰਮ ਦੀ ਆਸਥਾ ਦੇ ਵਿੱਚ ਅਸੀਂ ਸਾਰਿਆਂ ਨੂੰ ਸਿਜਦਾ ਕਰਦੇ ਹਾਂ, ਦੇਵੀ ਦੇਵਤੇ ਆ, ਚਲੋ ਉਹਨਾਂ ਦੀ ਆਸਥਾ ਆ, ਅਸੀਂ ਉਸ ਤੋਂ ਉਲਟ ਨਹੀਂ ਜਾਂਦੇ। ਪਰ ਇੱਥੇ ਹੈਰਾਨੀ ਦੀ ਗੱਲ ਹੈ ਕਿ ਭਾਰਤ ਮਾਤਾ ਦਾ ਤਾਂ ਕਿਤੇ ਵੀ ਇਤਿਹਾਸ ਵਿੱਚ ਕੋਈ ਜ਼ਿਕਰ ਹੀ ਨਹੀਂ ਆਉਂਦਾ ਗਾ। ਔਰ ਇਹ ਗੱਲ ਤਾਂ ਸਪਸ਼ਟ ਹੈ ਕਿ 47 ਤੋਂ ਪਹਿਲਾਂ ਬਣਾਈ ਹੋਈ ਇੱਕ ਬੱਚੀ ਦੁਆਰਾ ਇੱਕ ਤਸਵੀਰ ਨੂੰ ਤੁਸੀਂ ਅੱਜ ਪੱਕਿਆਂ ਹੀ ਭਾਰਤ ਮਾਤਾ ਹੀ ਕਹਿਣੇ ਸ਼ੁਰੂ ਕਰ ਦਿੱਤਾ ਆ। ਇੱਥੇ ਬੜੀ ਹੈਰਾਨੀ ਦੀ ਗੱਲ ਹੈ ਕਿ ਇਤਿਹਾਸ ਨੂੰ ਜਾਂ ਇਹਨਾਂ ਚੀਜ਼ਾਂ ਦੀ ਪੜਚੋਲ ਕਿਉਂ ਨਹੀਂ ਕਰਦੇ, ਕਿਉਂ ਅੰਨੀ ਸ਼ਰਧਾ ਇਹਨਾਂ ਚੀਜ਼ਾਂ ਦੇ ਉੱਤੇ ਹੀ ਆ ਕੇ ਟਿਕ ਗਈ ਹੈ। ਸੋ ਇਸ ਕਰਕੇ ਜਿਹੜਾ ਇਹ ਭਾਰਤ ਮਾਤਾ ਵਾਲਾ ਸੰਕਲਪ ਆ ਉਹ ਇਹਨਾਂ ਦਾ ਹੀ ਘੜ ਕੇ ਪੱਕਾ ਕਰ ਦਿੱਤਾ ਗਿਆ, ਠੱਪਾ ਲੱਗ ਚੁੱਕਿਆ ਆ। ਹੁਣ ਇਹ ਜਿਹੜਾ ਬਿਆਨ ਇਹ ਸੀਗਾ ਕਿ ਹਿੰਦੂ ਬਣਨ ਲਈ ਕਿਸੇ ਨੂੰ ਧਰਮ ਬਦਲਣ ਦੀ ਲੋੜ ਨਹੀਂ, ਕਿਉਂਕਿ ਭਾਰਤ ਵਿੱਚ ਹਰ ਕੋਈ ਹਿੰਦੂ ਹੈ। ਅਸੀਂ ਹਿੰਦੂ ਹਾਂ, ਪਰ ਹਿੰਦੂ ਦੀ ਕੋਈ ਖਾਸ ਪਰਿਭਾਸ਼ਾ ਨਹੀਂ ਹੈ। ਇਹ ਸਾਡੀ ਪਛਾਣ ਹੈ। ਭਾਰਤੀ ਅਤੇ ਹਿੰਦੂ ਸ਼ਬਦ ਦੋਵੇਂ ਸਮਾਨ ਅਰਥ ਸ਼ਬਦ ਆ, ਇਹ ਵੀ ਆਪਦਾ ਹੀ ਹੁਣ ਘੜ ਲਿਆ ਆ। ਭਾਰਤ ਵਿੱਚ ਰਹਿਣ ਵਾਲੇ ਸਾਰੇ ਲੋਕ ਪਛਾਣ ਦੇ ਲਿਹਾਜ਼ ਨਾਲ ਹਿੰਦੂ ਨੇ। ਇਹ ਇੱਕ ਭੂ ਸੱਭਿਆਚਾਰਕ ਪਛਾਣ ਹੈ। ਭਾਰਤ ਕੋਈ ਪੱਛਮੀ ਸੰਕਲਪ ਵਾਲਾ ਦੇਸ਼ ਨਹੀਂ ਹੈ। ਇਹ ਪੁਰਾਣੇ ਸਮੇਂ ਤੋਂ ਇੱਕ ਸੱਭਿਆਚਾਰਕ ਦੇਸ਼ ਰਿਹਾ ਆ। ਦਰਅਸਲ ਇਹ ਉਹ ਦੇਸ਼ ਹੈ ਜਿਸ ਨੇ ਦੁਨੀਆ ਨੂੰ ਇਨਸਾਨੀਅਤ ਦਾ ਸਬਕ ਸਿਖਾਇਆ ਹੈ। ਫਿਰ ਇੱਥੇ ਇਤਿਹਾਸ ਦੀ ਗੱਲ ਆਉਂਦੀ ਹੈ ਕਿ ਇਨਸਾਨੀਅਤ ਦਾ ਸਬਕ ਸਿਖਾਉਣ ਵਾਲਿਓ ਬੁੱਧ ਧਰਮ ਦੇ ਨਾਲ ਆਦਿ ਗੁਰੂ ਸ਼ੰਕਰਾਚਾਰਿਆ ਨੇ ਕੀ ਕੀਤਾ ਸੀ। ਤੁਸੀਂ ਲੱਖਾਂ ਬੋਧੀ ਮਰਵਾ ਕੇ ਇਸ ਮੁਲਕ ਦੇ ਵਿੱਚੋਂ ਉਹਨਾਂ ਨੂੰ ਖਤਮ ਕਰਵਾ ਦਿੱਤਾ, ਉਹਨਾਂ ਦਾ ਧਰਮ ਖਤਮ ਕਰਵਾ ਦਿੱਤਾ, ਜਿਹੜਾ ਹੁਣ ਚੀਨ, ਜਾਪਾਨ, ਕੰਬੋਡੀਆ ਵਰਗੇ ਮੁਲਕਾਂ ਤੱਕ ਉਹ ਫੈਲਿਆ ਹੋਇਆ ਬੁੱਧ ਧਰਮ ਹੈ। ਸੋ ਇਸ ਤਰੀਕੇ ਦੇ ਵਿਵਾਦਿਤ ਬਿਆਨ ਆ, ਜੇ ਉਹਨਾਂ ਦੇ ਨਾਲ ਮੈਂ ਤੁਹਾਡੇ ਨਾਲ ਚਰਚਾ ਕਰਦਾ ਤੇ ਮੇਰਾ ਕਹਿਣ ਦਾ ਭਾਵ ਸੀ ਕਿ ਇਤਿਹਾਸਕ ਪਰਤਾਂ ਮੈਂ ਦੱਸ ਰਿਹਾ ਹੈਗਾ ਕਿ ਇੱਕ ਪਾਸੇ ਵਿਵਾਦਿਤ ਬਿਆਨ ਆ, ਉਸ ਦੇ ਵਿੱਚ ਆਹ ਪਰਤਾਂ ਜਿਹੜੀਆਂ ਆ ਉਹ ਸਾਹਮਣੇ ਆਈਆਂ ਇਤਿਹਾਸ ਦੇ ਪੰਨਿਆਂ ਵਿੱਚੋਂ ਵੀ ਕੀ ਕੁਝ ਹੋਇਆ ਤੇ ਤੁਸੀਂ ਅੱਜ ਕਹਿ ਕੀ ਰਹੇ ਹੋ। ਤੁਹਾਡੀ ਗੱਲ ਦੇ ਉੱਤੇ ਕਿਸੇ ਤੇ ਕੋਈ ਯਕੀਨ ਕੀਤਾ ਹੀ ਨਹੀਂ ਜਾ ਸਕਦਾ। ਤੇ ਇਸ ਬਾਰੇ ਹੁਣ ਜੋ ਬਿਆਨ ਇਹ ਵਿਵਾਦਿਤ ਦਿੱਤਾ ਗਿਆ ਇਹਨਾਂ ਦਿਨਾਂ ਵਿੱਚ 2 ਤਰੀਕ ਵਾਲੇ ਦਿਨ, ਉਸ ਦਾ ਹੁਣ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਠੋਕ ਕੇ ਜਵਾਬ ਦਿੱਤਾ ਆ। ਔਰ ਉਹਨਾਂ ਦਾ ਕਹਿਣਾ ਆ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਇਸ ਦੀ ਪਛਾਣ ਨਿਰਾਲੀ ਹੈ ਜੋ ਇਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਦਰਸਾਉਂਦੀ ਹੈ। ਤਾਂ ਇਹ ਜਵਾਬ ਦਿੰਦੇ ਹੋਏ SGPC ਪ੍ਰਧਾਨ ਨੇ ਕਿਹਾ ਆ ਕਿ ਮੋਹਨ ਭਾਗਵਤ ਆਪਣੇ ਮਨ ਨੂੰ ਧਰਵਾਸ ਦੇਣ ਲਈ ਭਾਰਤ 'ਚ ਰਹਿਣ ਵਾਲੇ ਹਰ ਵਿਅਕਤੀ ਨੂੰ ਹਿੰਦੂ ਹੋਣ ਦਾ ਫਤਵਾ ਦੇ ਦਿੰਦਾ ਆ। ਉਹਨਾਂ ਕਿਹਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਵਾਲੇ ਇਹਨਾਂ ਲੋਕਾਂ ਨੂੰ ਇੱਕ ਵਾਰ ਭਾਰਤ ਅਤੇ ਖਾਸ ਕਰ ਸਿੱਖਾਂ ਦਾ ਇਤਿਹਾਸ ਜ਼ਰੂਰ ਪੜ੍ਹ ਲੈਣਾ ਚਾਹੀਦਾ ਆ। ਉਹਨਾਂ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਨਹੀਂ ਹੈ, ਸਿੱਖਾਂ ਦਾ ਆਪਣਾ ਵਿਲੱਖਣ ਖਾਸਾ ਹੈ। ਔਰ ਖਾਸ ਗੱਲ ਆ, ਬੋਧੀ ਵੀ ਰਹਿੰਦੇ ਆ, ਜੈਨੀ ਵੀ ਰਹਿੰਦੇ ਆ, ਔਰ ਵੱਡੀ ਗੱਲ ਆ ਬੋਧੀ, ਜੈਨੀ, ਮੁਸਲਮਾਨ ਔਰ ਫਿਰ ਦਰਾਵੜ ਔਰ ਕਿੰਨੇ ਹੋਰ ਕੌਮਾਂ ਜਿਹੜੀਆਂ ਇੱਥੇ ਵਸਦੀਆਂ ਪਈਆਂ ਆ, ਤੇ ਉਹ ਆਪਣੀ ਇੱਕੋ ਹੀ ਰੱਟ ਜਿਹੜੀ ਆ ਉਹ ਲਾ ਕੇ ਬੈਠਾ ਰਹਿੰਦਾ। ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਿੱਖ ਤਾਂ ਇੱਕ ਵਾਕਈ ਨਿਆਰੀ ਕੌਮ ਹੈ, ਨਿਵੇਕਲੀ ਕੌਮ, ਇਹਨਾਂ ਨੂੰ ਕੋਈ ਰਲ ਗੱਡ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਭਾਰਤ ਕਿਸੇ ਇੱਕ ਧਰਮ ਦਾ ਨਹੀਂ ਹੈ ਅਤੇ ਸਿੱਖ ਹਮੇਸ਼ਾ ਆਪਣੇ ਧਰਮ ਦੀਆਂ ਰਵਾਇਤਾਂ ਅਨੁਸਾਰ ਦੇਸ਼ ਲਈ ਖੜ੍ਹਦੇ ਨੇ। ਉਹਨਾਂ ਇਹ ਵੀ ਕਿਹਾ ਕਿ ਹਰ ਸੰਕਟ ਸਮੇਂ ਸਿੱਖਾਂ ਦੇ ਯੋਗਦਾਨ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਉਹਨਾਂ RSS ਮੁਖੀ ਨੂੰ ਵਿਵਾਦਿਤ ਬਿਆਨ ਦੇਣ ਤੋਂ ਸੰਕੋਚ ਕਰਨ ਦੀ ਸਲਾਹ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ RSS ਮੁਖੀ ਜਿਸ ਤਰੀਕੇ ਨਾਲ ਬਿਆਨ ਦਿੰਦੇ ਆ, ਇੱਥੇ ਆ ਕੇ ਕਾਨੂੰਨ ਕਿਉਂ ਨਹੀਂ ਬੋਲਦਾ ਗਾ, ਇੱਥੇ ਆ ਕੇ ਵੱਖਵਾਦੀ, ਅੱਤਵਾਦੀ ਉਹਨੂੰ ਕਿਉਂ ਨਹੀਂ ਕੋਈ ਗਰਦਾਨਦਾ ਗਾ, ਜਦੋਂ ਕਿ ਘੱਟ ਗਿਣਤੀਆਂ ਦਾ ਜੇ ਕੋਈ ਬੰਦਾ ਕੋਈ ਗੱਲ ਕਰਦਾ ਤੇ ਉਹਨੂੰ ਵੱਖਵਾਦੀ, ਅੱਤਵਾਦੀ ਐਲਾਨ ਦਿੱਤਾ ਜਾਂਦਾ। ਇਸ ਮਾਮਲੇ ਵਿੱਚ ਇਸ ਦੇਸ਼ ਵਿੱਚ ਦੋਹਰਾ ਕਾਨੂੰਨ ਕਿਉਂ ਆ, ਇੱਥੇ ਕਾਨੂੰਨ ਕਿਉਂ ਨਹੀਂ ਖੜਦਾ ਆ ਕੇ, ਸਵਾਲ ਇਹ ਵੀ ਖੜੇ ਹੁੰਦੇ ਆ। ਹੁਣ ਵੇਖਣਾ ਇਹ ਹੈ ਕਿ ਮੋਹਨ ਭਾਗਵਤ ਆਉਣ ਵਾਲੇ ਸਮੇਂ ਵਿੱਚ ਇੱਦਾਂ ਦੇ ਵਿਵਾਦਿਤ ਬਿਆਨ ਦਿੰਦਾ ਰਹੂਗਾ ਜਾਂ ਉਸ 'ਤੇ ਕਦੇ ਕੋਈ ਕਾਰਵਾਈ ਵੀ ਇਸ ਮੁਲਕ ਦੇ ਵਿੱਚ ਹੋਵੇਗੀ। ਸੋ ਇਹ ਸੀ ਜੀ 2 ਖਬਰਾਂ ਜਿਨ੍ਹਾਂ ਉੱਤੇ ਗੱਲਬਾਤ ਕੀਤੀ। ਇੱਥੇ ਸਮਾਪਤੀ ਕਰਦੇ ਹਾਂ। ਧੰਨਵਾਦ। ਗੱਡੀਆਂ ਉੱਚੀਆਂ ਰੱਖੀਆਂ ਭਾਈ, ਗੱਡੀਆਂ ਉੱਚੀਆਂ ਰੱਖ ਭਾਵੇਂ ਨੀਵੀਆਂ, ਪਰ ਟਾਇਰਾਂ ਦਾ ਖਿਆਲ ਸਭ ਤੋਂ ਵੱਧ ਰੱਖ। ਓਏ ਇਸ ਪੱਖੋਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ। ਕਿਉਂ? ਕਿਉਂਕਿ ਇਹਦੀ ਜ਼ਿੰਮੇਵਾਰੀ ਆਪਾਂ ਦਿੱਤੀ ਹੋਈ ਏ ਮਾਲਵਾ ਟਾਇਰਸ ਵਾਲਿਆਂ ਨੂੰ। ਇੰਨਾ ਧਿਆਨ ਤੇ ਕੋਈ ਨਵਾਂ ਵਿਆਹਿਆ ਮੁੰਡਾ ਆਪਣੀ ਵੋਟੀ ਦਾ ਨਹੀਂ ਰੱਖਦਾ ਜਿੰਨਾ ਧਿਆਨ ਮਾਲਵਾ ਟਾਇਰਸ ਵਾਲੇ ਟਾਇਰਾਂ ਦਾ ਰੱਖਦੇ ਨੇ। ਅੱਛਾ। ਆਹੋ, ਕਰਵਾਉਣੀ ਹੋਵੇ ਟਰੱਕ ਐਂਡ ਟ੍ਰੇਲਰ ਅਲਾਈਨਮੈਂਟਸ ਜਿਵੇਂ ਕਿ ਬੁਸ਼ਿੰਗ, ਕਿੰਗ ਪਿੰਸ ਵਗੈਰਾ, ਵੀਲ ਬੈਲੈਂਸ, ਚੇਂਜ ਓਵਰਸ, ਰੋਟੇਸ਼ਨਸ ਐਂਡ ਫਲੈਟ ਰਿਪੇਅਰਸ ਦਾ ਕੰਮ, ਇਹ ਸਭ ਕੁਝ ਪੂਰੇ ਤਸੱਲੀ ਬਖਸ਼ ਕਰਦੇ ਨੇ। ਇਹ ਕਿਸ ਟਾਈਮ ਅਵੇਲੇਬਲ ਹੁੰਦੇ ਨੇ? ਓਏ 24 ਘੰਟੇ 24/7 ਸਰਵਿਸ ਅਵੇਲੇਬਲ ਹੁੰਦੀ ਹੈ ਇਹਨਾਂ ਦੀ। ਕੈਲਗਰੀ 'ਚ ਸਭ ਤੋਂ ਬੈਸਟ ਟਾਇਰਸ ਐਂਡ ਸਰਵਿਸ ਹੈ ਇਹਨਾਂ ਦੀ। ਉਹ ਹੁਣ ਐਡਰੈਸ ਵੀ ਦੱਸ ਦੇ। ਮਾਲਵਾ ਟਾਇਰਸ, ਯੂਨਿਟ
J&K 8616 44 स्ट्रीट साउथ ईस्ट कैलगरी एल्बर्टा। फोन नंबर नोट कर 403 899 1985 403 899 1985। ਬੈਡ ਹੇਅਰ ਡੇ ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਅੱਜ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੇ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ। ਹੋ ਕਿੱਦਾਂ? ਓਏ ਆਪਣੀ ਅਲਾਈਨਮੈਂਟ ਚੈੱਕ ਕਰਾ, ਮੈਂ ਤੇ ਸਿੱਧਾ। ਉਹ ਯਾਰ ਆਪਣੀ ਤਾਂ ਨਹੀਂ ਪਰ ਆਪਣੇ ਟਰੱਕ ਦੀ ਅਲਾਈਨਮੈਂਟ ਕਰਾਣੀ ਹੈ ਤੇ ਆਪਣੇ ਦੂਜੇ ਟਰੱਕ ਦੇ ਨਵੇਂ ਟਾਇਰ ਵੀ ਪਵਾਉਣੇ ਨੇ। ਫੇਰ ਤੇ ਤੂੰ ਬਸ ਇੱਕੋ ਜਗ੍ਹਾ ਜਾ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਲਿਮਟਿਡ। ਪਿਛਲੇ 1 ਸਾਲ ਤੋਂ ਇਹ ਆਪਣੀ ਸ਼ਾਪ ਚਲਾ ਰਹੇ ਨੇ। ਇਹਨਾਂ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਦੇ ਟਾਇਰਸ ਅਵੇਲੇਬਲ ਨੇ ਤੇ ਇਹ ਬੈਸਟ ਸਰਵਿਸ ਪ੍ਰੋਵਾਈਡ ਕਰਦੇ ਨੇ। ਡਿਲੀਵਰੀ ਵੀ ਟਾਈਮ ਸਿਰ ਕਰ ਦਿੰਦੇ ਨੇ ਤੇ ਅਲਾਈਨਮੈਂਟ ਓਏ ਇਹਨਾਂ ਕੋਲ ਹਾਈ ਟੈਕਨੋਲੋਜੀ ਨਾਲ ਲੈਸ ਅਲਾਈਨਮੈਂਟ ਮਸ਼ੀਨ ਹੈ ਜੋ ਕਿ ਮੈਨੀਟੋਬਾ ਦੀ ਫਰਸਟ ਅਲਾਈਨਮੈਂਟ ਮਸ਼ੀਨ ਹੈ। ਇਹਨਾਂ ਦਾ ਤੇ ਸਗੋਂ ਸਲੋਗਨ ਵੀ ਇਹ ਹੈ, ਸੇਵ ਟਾਇਰ ਸੇਵ ਮਨੀ। ਟਾਈਮ ਤਾਂ ਨਹੀਂ ਜ਼ਿਆਦਾ ਲਾਉਂਦੇ? ਓ ਭਾਈ 24 ਘੰਟੇ 7 ਦਿਨ ਡਰਾਈਵ ਥਰੂ ਸਰਵਿਸ ਅਵੇਲੇਬਲ ਹੈ। ਬਸ 45 ਮਿੰਟ 'ਚ ਤੁਹਾਡਾ ਕੰਮ ਡਨ। ਐਂਡ ਸਭ ਤੋਂ ਖਾਸ ਗੱਲ, ਨੈਸ਼ਨਲ ਅਕਾਊਂਟ ਹੋਲਡਰਸ ਵੀ ਪ੍ਰੋਵਾਈਡ ਕਰਦੇ ਨੇ। ਇਹ ਐਨੂਅਲ ਸੇਫਟੀ ਕਰਕੇ ਦਿੰਦੇ ਨੇ, ਯਾਨੀ ਕਿ ਟਰੱਕ ਨਾਲ ਰਿਲੇਟ ਹਰ ਨਿੱਕਾ ਵੱਡਾ ਕੰਮ ਓਕੇ ਰਿਪੋਰਟ ਕਰਕੇ ਦਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਰਨ ਸਿੰਘ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਵਿਨੀਪੈਗ ਤੋਂ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਨ ਰੂਫ ਦੇ ਥੱਲੇ ਹੀ ਮਲਟੀਪਲ ਸਰਵਿਸ ਲਾਈਕ ਮਕੈਨੀਕਲ ਵਰਕ, ਅਲਾਈਨਮੈਂਟ, ਵੀਲ ਬੈਲੈਂਸ, ਟਾਇਰ ਸਰਵਿਸ। ਤਾਂ ਅਸੀਂ ਹੁਣ ਤੁਹਾਡੇ ਲਈ ਇੱਕ ਛੱਤ ਦੇ ਥੱਲੇ ਹੀ ਇਹ ਸਾਰੀਆਂ ਸਰਵਿਸ ਪ੍ਰੋਵਾਈਡ ਕਰਵਾਵਾਂਗੇ। ਤੁਹਾਡਾ ਵਿਸ਼ਵਾਸ ਸਾਡੀ ਤਾਕਤ। ਹੈਲੋ ਗਾਇਜ਼, ਅੱਜ ਆਪਾਂ ਇਸ ਟਰੱਕ ਦੀ ਮੇਨ ਸੀਲ ਅਤੇ ਆਇਲ ਪੈਨ ਰਿਪਲੇਸ ਕਰ ਰਹੇ ਹਾਂ। ਖੁਦਾ ਨਾ ਖਾਸਤਾ ਕਦੇ ਵੀ ਤੁਹਾਡੇ ਟਰੱਕ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਦੇ ਨਾ ਭੁੱਲੋ ਬੂਸਟ ਟਰੱਕ ਐਂਡ ਟ੍ਰੇਲਰ ਇਨ ਵਿਨੀਪੈਗ। ਉਹ ਐਡਰੈਸ ਵੀ ਦੱਸ ਦੇ ਹੁਣ। ਯੂਨਿਟ 611 ਵਰਵੇਨ ਡਰਾਈਵ, ਰੋਜ਼ਰ, ਮੈਨੀਟੋਬਾ, ROH 1E0 ਜਾਂ ਤੂੰ repair@boosttrucktrailer.com ਤੇ ਲੌਗਇਨ ਵੀ ਕਰ ਸਕਦਾ ਹੈ। ਉਹ ਚੰਗਾ, ਮੈਂ ਚੱਲਦਾ ਉੱਥੇ। ਸੁਣ ਦੀ ਪੰਜਾਬ ਟਾਕਸ ਦਾ ਰੈਫਰੈਂਸ ਦੇ ਦੀ $25 ਦਾ ਗਿਫਟ ਕਾਰਡ ਵੀ ਮਿਲੇਗਾ। ਚੰਗਾ।
ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। We are a safety first company with a strong commitment to drivers' well-being. Based in Winnipeg Centreport District, Matage is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners. We do lots of servicing inside the shop, trucks, trailers, lots of lighting problems and stuff like that. It's a good company to work for. ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ। ਹੋ ਕਿੱਦਾਂ ਓਏ ਆਪਣੀ ਅਲਾਈਨਮੈਂਟ ਚੈੱਕ ਕਰਾਂ ਮੈਂ ਤੇ ਸਿੱਧਾ। ਉਹ ਯਾਰ ਆਪਣੀ ਤੇ ਨਹੀਂ ਪਰ ਆਪਣੇ ਟਰੱਕ ਦੀ ਅਲਾਈਨਮੈਂਟ ਕਰਾਣੀ ਹੈ ਤੇ ਆਪਣੇ ਦੂਜੇ ਟਰੱਕ ਦੇ ਨਵੇਂ ਟਾਇਰ ਵੀ ਪਵਾਉਣੇ ਨੇ। ਫੇਰ ਤੇ ਤੂੰ ਬਸ ਇੱਕੋ ਜਗ੍ਹਾ ਜਾ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਲਿਮਟਿਡ।
ਪਿਛਲੇ 1 ਸਾਲ ਤੋਂ ਇਹ ਆਪਣੀ ਸ਼ਾਪ ਚਲਾ ਰਹੇ ਨੇ। ਇਹਨਾਂ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਦੇ ਟਾਇਰਸ ਅਵੇਲੇਬਲ ਨੇ ਤੇ ਇਹ ਬੈਸਟ ਸਰਵਿਸ ਪ੍ਰੋਵਾਈਡ ਕਰਦੇ ਨੇ। ਡਿਲੀਵਰੀ ਵੀ ਟਾਈਮ ਸਿਰ ਕਰ ਦਿੰਦੇ ਨੇ। ਤੇ ਅਲਾਈਨਮੈਂਟ ਓਏ ਇਹਨਾਂ ਕੋਲ ਹਾਈ ਟੈਕਨੋਲੋਜੀ ਨਾਲ ਲੈਸ ਅਲਾਈਨਮੈਂਟ ਮਸ਼ੀਨ ਹੈ ਜੋ ਕਿ ਮੈਨੀਟੋਬਾ ਦੀ ਫਰਸਟ ਅਲਾਈਨਮੈਂਟ ਮਸ਼ੀਨ ਹੈ। ਇਹਨਾਂ ਦਾ ਤੇ ਸਗੋਂ ਸਲੋਗਨ ਵੀ ਇਹ ਹੈ, ਸੇਵ ਟਾਇਰ ਸੇਵ ਮਨੀ। ਟਾਈਮ ਤਾਂ ਨਹੀਂ ਜ਼ਿਆਦਾ ਲਾਉਂਦੇ? ਓ ਬਾਈ 24 ਘੰਟੇ 7 ਦਿਨ ਡਰਾਈਵ ਥਰੂ ਸਰਵਿਸ ਅਵੇਲੇਬਲ ਹੈ। ਬਸ 45 ਮਿੰਟ 'ਚ ਤੁਹਾਡਾ ਕੰਮ ਡਨ। ਐਂਡ ਸਭ ਤੋਂ ਖਾਸ ਗੱਲ, ਨੈਸ਼ਨਲ ਅਕਾਊਂਟ ਹੋਲਡਰਸ ਵੀ ਪ੍ਰੋਵਾਈਡ ਕਰਦੇ ਨੇ। ਇਹ ਐਨੂਅਲ ਸੇਫਟੀ ਕਰਕੇ ਦਿੰਦੇ ਨੇ, ਯਾਨੀ ਕਿ ਟਰੱਕ ਨਾਲ ਰਿਲੇਟ ਹਰ ਨਿੱਕਾ ਵੱਡਾ ਕੰਮ ਓਕੇ ਰਿਪੋਰਟ ਕਰਕੇ ਦਿੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਕਰਨ ਸਿੰਘ, ਬੂਸਟ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਵਿਨੀਪੈਗ ਤੋਂ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਨ ਰੂਫ ਦੇ ਥੱਲੇ ਹੀ ਮਲਟੀਪਲ ਸਰਵਿਸ ਲਾਈਕ ਮਕੈਨੀਕਲ ਵਰਕ, ਅਲਾਈਨਮੈਂਟ, ਵੀਲ ਬੈਲੈਂਸ, ਟਾਇਰ ਸਰਵਿਸ। ਤਾਂ ਅਸੀਂ ਹੁਣ ਤੁਹਾਡੇ ਲਈ ਇੱਕ ਛੱਤ ਦੇ ਥੱਲੇ ਹੀ ਇਹ ਸਾਰੀਆਂ ਸਰਵਿਸ ਪ੍ਰੋਵਾਈਡ ਕਰਵਾਵਾਂਗੇ। ਤੁਹਾਡਾ ਵਿਸ਼ਵਾਸ ਸਾਡੀ ਤਾਕਤ। ਹੈਲੋ ਗਾਇਜ਼, ਅੱਜ ਆਪਾਂ ਇਸ ਟਰੱਕ ਦੀ ਮੇਨ ਸੀਲ ਅਤੇ ਆਇਲ ਪੈਨ ਰਿਪਲੇਸ ਕਰ ਰਹੇ ਹਾਂ। ਖੁਦਾ ਨਾ ਖਾਸਤਾ ਕਦੇ ਵੀ ਤੁਹਾਡੇ ਟਰੱਕ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਦੇ ਨਾ ਭੁੱਲੋ ਬੂਸਟ ਟਰੱਕ ਐਂਡ ਟ੍ਰੇਲਰ ਇਨ ਵਿਨੀਪੈਗ। ਉਹ ਐਡਰੈਸ ਵੀ ਦੱਸ ਦੇ ਹੁਣ। ਯੂਨਿਟ 611 ਵਰਵੇਨ ਡਰਾਈਵ, ਰੋਜ਼ਰ, ਮੈਨੀਟੋਬਾ, ROH 1E0 ਜਾਂ ਤੂੰ repair@boosttrucktrailer.com ਤੇ ਲੌਗਇਨ ਵੀ ਕਰ ਸਕਦਾ ਹੈ। ਉਹ ਚੰਗਾ, ਮੈਂ ਚੱਲਦਾ ਉੱਥੇ। ਉਹ ਸੋਣਾ ਦੀ ਪੰਜਾਬ ਟਾਕਸ ਦਾ ਰੈਫਰੈਂਸ ਦੇ ਦੀ, $25 ਦਾ ਗਿਫਟ ਕਾਰਡ ਵੀ ਮਿਲੇਗਾ। ਚੰਗਾ। ਉਹ ਬੱਲੇ ਓਏ ਪੰਮਿਆ, ਅੱਜ ਬੜੇ ਚਿਰਾਂ ਬਾਅਦ ਦਿਖਿਆ। ਕਿੱਥੇ ਰਹਿਣਾ ਅੱਜ ਕੱਲ? ਓਏ ਬਸ ਯਾਰ, ਕੰਮ ਦੇ ਸਿਲਸਿਲੇ 'ਚ ਕਦੇ ਇੱਧਰ ਤੇ ਕਦੇ ਉੱਧਰ। ਐਸਾ ਕਿਹੜਾ ਕੰਮ ਭਾਈ? ਓਏ ਟਰੱਕ ਲੋਡਿੰਗ ਐਂਡ ਸ਼ਿਪਿੰਗ ਦਾ। ਯਾਰ ਇਹ ਟਰੱਕ ਲੋਡਿੰਗ ਐਂਡ ਸ਼ਿਪਿੰਗ ਵਾਲਾ ਕੰਮ ਤੈਨੂੰ ਔਖਾ ਨਹੀਂ ਲੱਗਦਾ? ਓਏ ਕਾਹਦਾ ਔਖਾ ਯਾਰ, ਆਪਾਂ ਕੰਮ ਕਰਦੇ ਆਂ 4 ਟਰੈਕਸ ਵਾਲਿਆਂ ਨਾਲ ਤੇ ਇਹ ਜਿੰਨਾ ਖਿਆਲ ਆਪਣੇ ਕਲਾਇੰਟਸ ਐਂਡ ਸਮਾਨ ਦਾ ਰੱਖਦੇ ਨੇ ਨਾ, ਉਨਾ ਹੀ ਖਿਆਲ ਸਾਡਾ ਵੀ ਰੱਖਦੇ ਨੇ। ਕਿਵੇਂ? ਇਹਨਾਂ ਦੇ ਸਪੈਸ਼ਲ ਡਰਾਈਵਰਸ ਲੌਂਜ ਨੇ ਜਿੱਥੇ ਅਸੀਂ ਬੜੇ ਆਰਾਮ ਨਾਲ ਰੋਟੀ ਪਾਣੀ ਛਕੀਦਾ ਏ, ਆਰਾਮ ਕਰੀਦਾ ਏ ਤੇ ਫੇਰ ਅੱਗੇ ਵਧੀਦਾ ਏ। ਵਾਹ, ਇਹ ਤਾਂ ਬੜੀ ਅੱਛੀ ਚੀਜ਼ ਹੈ। ਹੋਰ ਕੀ ਸਰਵਿਸਿਜ਼ ਨੇ 4 ਟਰੈਕਸ ਵਾਲਿਆਂ ਦੀਆਂ? ਓਏ ਇਹ ਆਪਣੇ ਕਸਟਮਰਸ ਤੇ ਕੰਜ਼ਿਊਮਰਸ ਲਈ 24 ਘੰਟੇ ਕੰਮ ਕਰਦੇ ਨੇ। ਸਕੇਲ, ਕ੍ਰਾਸ ਡੌਕ ਸਰਵਿਸਿਜ਼ ਵਿਦ ਵਹੀਕਲ ਰਿਸਟ੍ਰੇਨ ਸਿਸਟਮ, ਫਿਊਲ ਸਟੇਸ਼ਨ, ਹਰ ਤਰ੍ਹਾਂ ਦੀ ਸਰਵਿਸ ਅਵੇਲੇਬਲ ਹੈ। ਕਸਟਮਰਸ 24/7 ਆਪਣੀ ਸ਼ਿਪਮੈਂਟ ਨੂੰ ਟਰੈਕ ਵੀ ਕਰ ਸਕਦੇ ਨੇ ਕਿ ਅਸੀਂ ਸਮਾਨ ਲੈ ਕੇ ਕਿੱਥੇ ਕੁ ਪਹੁੰਚੇ ਆਂ। ਵਾਹ, ਇੰਪ੍ਰੈਸਿਵ। ਬਿਲਕੁਲ, USA ਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਵੀ ਕਰੀਦੀ ਆ ਆਪਾਂ। ਮੈਂ ਤੇ ਸਭ ਨੂੰ ਬਸ ਇਹੀ ਕਹਿਣਾ ਕਿ ਆਪਣੇ ਕਾਰੋਬਾਰ ਨੂੰ ਹੋਰ ਉੱਪਰਲੇ ਲੈਵਲ ਤੇ ਲਿਜਾਣ ਲਈ ਅੱਜ ਹੀ 4 ਟਰੈਕਸ ਵਾਲਿਆਂ ਨਾਲ ਜੁੜੋ। ਚੱਲ ਐਡਰੈਸ ਵੀ ਦੱਸ, ਕੰਟੈਕਟ ਨੰਬਰ ਵੀ ਨੋਟ ਕਰਾ ਜਲਦੀ। ਲਿਖ ਇਹਨਾਂ ਦਾ ਕੰਟੈਕਟ ਨੰਬਰ 2046335444 ਤੇ ਇਹਨਾਂ ਦਾ ਐਡਰੈਸ ਵੀ ਨੋਟ ਕਰ। 4 ਟਰੈਕਸ 7184 Roser Road, Manitoba, postal code R3C2E6. Your transport solution providers.